ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਵਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਾ ਵਿਖੈ ਇੱਕ ਦਿਵਸ ਮੈਂ ਬੈਠੇ ਸਤਿਗੁਰ ਨੰਦ। ਜੇਠ ਮਾਸ ਲੂਵਾਂ ਚਲਹਿ 10 ਦਿਸ਼ ਤਪਤ ਬਿਲੰਦ। ਸਭਾ ਵਿਖੈ ਇੱਕ ਦਿਵਸ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਸਦਕਾ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਗੁਰੂ ਕੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀਓ, ਆਪ ਸੰਗਤਾਂ ਨੇ ਜਿੱਥੇ ਗੁਰਬਾਣੀ ਪੜ੍ਹ ਸੁਣ ਲਾਹੇ ਪ੍ਰਾਪਤ ਕੀਤੇ ਹਨ, ਗੁਰੂ ਚਰਨਾਂ ਵਿਖੇ ਹਾਜ਼ਰੀਆਂ ਭਰ ਰਹੇ ਹੋ, ਤਿੱਥੇ ਹੋਰ ਵੀ ਜੋ ਸ਼ੁਭ ਅਵਸਰ ਸਤਸੰਗਤ ਕਰਨ ਵਾਸਤੇ ਮਿਲ ਰਿਹਾ ਹੈ, ਇਸ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਹਨ। ਸਤਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਸੱਦਾ ਭੇਜਣ ਤੇ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਸ਼ਹਿਰ ਵਿਖੇ ਭੇਜਿਆ ਹੋਇਆ ਹੈ। ਸਮੇਂ ਸਮੇਂ ਅਨੁਸਾਰ ਰੋਜ਼ਾਨਾ ਹੀ ਔਰੰਗਜ਼ੇਬ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਆਪਣੇ ਪਾਸ ਸੱਦਦਾ ਹੈ। ਅਨੇਕਾਂ ਹੀ ਸ਼ਕਤੀਆਂ ਕਰਾਮਾਤਾਂ ਬਾਬਾ ਜੀ ਤੋਂ ਉਸ ਨੇ ਵੇਖੀਆਂ ਨੇ, ਜੋ ਪਿਛਲੇ ਦੀਵਾਨ ਵਿੱਚ ਪ੍ਰਸੰਗ ਸੁਣਾਇਆ ਗਿਆ। ਤਿਸ ਵਿੱਚ ਇੱਕ ਦਿਨ ਉਹ ਸਭਾ ਵਿੱਚ ਬੈਠਾ, ਉਸਨੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਪੁੱਛਿਆ
ਕਿ ਅੱਜ ਮੈਂ ਕੀ ਖਾਧਾ ਏ, ਖਾਣੇ ਵਿੱਚ ਕਿਹੜੇ ਕਿਹੜੇ ਪਦਾਰਥ ਖਾਧੇ ਨੇ, ਤੁਸੀਂ ਦੱਸ ਸਕਦੇ ਹੋ ਤਾਂ ਦੱਸੋ। ਔਰੰਗਜ਼ੇਬ ਨੇ ਜੋ ਖਾਣੇ ਵਿੱਚ ਪਦਾਰਥ ਖਾਧੇ ਉਹ ਸਭ ਬਾਬਾ ਰਾਮ ਰਾਏ ਜੀ ਨੇ ਦੱਸ ਦਿੱਤੇ। ਸੁਣ ਕੇ ਬਹੁਤ ਹੈਰਾਨ ਹੋਇਆ। ਫਿਰ ਖਾਣ ਪੀਣ ਵਾਲੇ ਪਦਾਰਥਾਂ ਦੀ ਗੱਲ, ਫਲਾਂ ਬਾਰੇ ਜਦੋਂ ਚੱਲੀ ਹੈ, ਸਭਾ ਵਿੱਚ ਬੈਠੇ ਹੋਏ ਸਭ ਲੋਕ ਕਰ ਰਹੇ ਨੇ। ਵੰਨ ਸਵੰਨੇ ਫਲਾਂ ਬਾਬਤ ਜਦੋਂ ਸੁਣਿਆ ਹੈ ਤਾਂ ਔਰੰਗਜ਼ੇਬ ਕਹਿਣ ਲੱਗਾ ਕਿ ਜਿਹੜੇ 6 ਰੁੱਤਾਂ ਵਿੱਚ ਫਲ ਹੁੰਦੇ ਨੇ ਉਹ ਤੁਸੀਂ ਮੈਨੂੰ ਦਿਖਾ ਸਕਦੇ ਹੋ। ਤਾਂ ਬਾਬਾ ਜੀ ਨੇ ਉਹ ਵੀ ਸਭ ਫਲ ਇਸ ਨੂੰ 6 ਰੁੱਤਾਂ ਵਿੱਚ ਪੈਦਾ ਹੋਣ ਵਾਲੇ, ਵੱਖ-ਵੱਖ ਰੁੱਤਾਂ ਵਿੱਚ ਜੋ ਉਪਜਣ ਵਾਲੇ ਫਲ ਲਿਆ ਕੇ ਦੇ ਦਿੱਤੇ। ਉਸੇ ਵੇਲੇ ਪ੍ਰਗਟ ਕਰਕੇ ਦਿਖਾ ਦਿੱਤੇ ਹੈ। ਛਕ ਕੇ ਉਹਨਾਂ ਦੇ ਸਵਾਦ ਜਾਣ ਕੇ ਬਹੁਤ ਹੀ ਪ੍ਰਸੰਨ ਹੋਇਆ ਔਰੰਗਜ਼ੇਬ। ਬਾਕੀ ਦੇ ਹੋਰ ਸਭਾ ਵਿੱਚ ਬੈਠਿਆਂ ਨੂੰ ਵੀ ਖਾਣ ਵਾਸਤੇ ਦੇ ਦਿੱਤੇ। ਫਿਰ ਕਹਿਣ ਲੱਗਾ ਕਿ ਜੋ ਐਸੇ ਬਾਗ ਬਗੀਚੇ ਹਨ, ਜਿਹੋ ਜਿਹੇ ਬਾਗਾਂ ਦੇ ਫਲ ਤੁਹਾਡੇ ਕੋਲ ਹੈ, ਉਹ ਬਾਗਾਂ ਦੇ ਫਲ ਕਿਤੇ ਮੈਨੂੰ ਲਿਆ ਦਿਓ, ਜਾਂ ਕਿ ਪਨੀਰੀ ਮੈਨੂੰ ਮਿਲ ਜਾਵੇ, ਪੌਂਦ ਮਿਲ ਜਾਵੇ, ਬੂਟੇ ਮਿਲ ਜਾਣ ਛੋਟੇ, ਆਪਣੇ ਬਾਗਾਂ ਦੇ ਵਿੱਚ ਮੈਂ ਲਗਾ ਦਿਆਂ, ਅਤੇ ਜਿਸ ਕਰਕੇ ਮੈਂ ਉਹ ਜਿਹੇ ਫਲ ਖਾ ਕੇ ਆਨੰਦ ਮਾਣ ਸਕਿਆ ਕਰਾਂ। ਬਾਬਾ ਰਾਮ ਰਾਏ ਜੀ ਨੇ ਆਖਿਆ ਕਿ ਇਹ ਬਾਗ ਤਾਂ ਐਸਾ ਜਿਹੜਾ ਬਾਗ ਹੈ ਨਾ ਅਲੌਕਿਕ, ਇਹ ਗੁਰੂ ਘਰ ਦੇ ਵਿੱਚ ਹੀ ਹੈ। ਇਸ ਦੀ ਪੌਂਦ ਪਨੀਰੀ ਗੁਰੂ ਘਰ ਦੇ ਵਿੱਚ ਹੀ ਹੈ। ਜੇ ਤੈਨੂੰ ਦੇਖਣ ਦੀ ਇੱਛਾ ਹੈ ਤਾਂ ਦਿਖਾ ਦਿਆਂਗੇ। ਕਹਿਣ ਲੱਗਾ ਦੇਖਣ ਦੀ ਬਹੁਤ ਇੱਛਾ ਹੈ, ਤੁਸੀਂ ਦਿਖਾ ਹੀ ਦਿਓ ਮੈਨੂੰ, ਹੋਰ ਨਹੀਂ ਕੁਝ ਤਾਂ। ਬਾਬਾ ਰਾਮ ਰਾਏ ਜੀ ਨੇ ਇਹ ਕਹਿ ਕੇ ਆਕਾਸ਼ ਵੱਲ ਉਹਨਾਂ ਦੀ ਨਿਗਾਹ ਕਰਵਾਈ ਹੈ। ਆਕਾਸ਼ ਦੇ ਵਿੱਚ ਅੱਗ ਦੇ ਉੱਪਰ ਸੋਹਣਾ ਬਾਗ ਲੱਗਿਆ ਹੋਇਆ ਦਿਖਾ ਦਿੱਤਾ। ਸਭ ਵੇਖ ਵੇਖ ਕੇ ਬਹੁਤ ਹੈਰਾਨ ਹੋਏ। ਇਸ ਪ੍ਰਕਾਰ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਬਾਦਸ਼ਾਹ ਦੀ ਸਭਾ ਵਿੱਚ ਸ਼ਕਤੀ ਕਰਾਮਾਤ ਦਿਖਾ ਕੇ ਉਹਨਾਂ ਨੂੰ ਅਸਚਰਜ ਕਰਦੇ ਆ। ਤੇ ਸਭਾ ਵਿੱਚ ਬੈਠਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦਾ ਯਤਨ ਹੈ ਕਾਜ਼ੀਆਂ ਮੁੱਲਾਂ ਤੇ ਗੁਰੂ ਘਰ ਦੇ ਪ੍ਰਤੀ ਜਿਹੜੇ ਈਰਖਾਲੂ ਨੇ, ਗੁਰੂ ਘਰ ਦੇ ਜੋ ਵਿਰੋਧੀ ਹਨ, ਉਹ ਚਾਹੁੰਦੇ ਹੈ ਕਿ ਕਿਸੇ ਨਾ ਕਿਸੇ ਗੱਲ ਤੇ ਗੁਰੂ ਕੇ ਸਪੁੱਤਰ ਦੀ ਹੇਠ ਹੀ ਕੀਤੀ ਜਾਏ। ਐਸੇ ਵੀ ਯਤਨ ਕਰਦੇ ਹਨ। ਸੋ ਇਸ ਪ੍ਰਕਾਰ ਪਿਛਲੇ ਦੀਵਾਨਾਂ ਵਿੱਚ ਵਿਸਥਾਰ ਪੂਰਵਕ ਪ੍ਰਸੰਗ ਸੁਣਾਏ ਗਏ ਨੇ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਾ ਵਿਖੇ ਇੱਕ ਦਿਵਸ ਮੈਂ। ਇੱਕ ਦਿਨ ਦੀ ਗੱਲ ਹੈ ਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਬੈਠੇ ਸਤਿਗੁਰ ਆਨੰਦ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਬੈਠੇ ਹਨ। ਜੇਠ ਮਾਸ ਲੂਵਾਂ ਚਲ ਹੈ। ਤੇ ਜੇਠ ਦਾ ਮਹੀਨਾ ਹੈ ਉਸ ਵੇਲੇ, ਤੇ ਬਹੁਤੀਆਂ ਜ਼ਿਆਦਾ ਜੋ ਲੂਆਂ ਚੱਲ ਰਹੀਆਂ, ਭਾਵ ਕਿ ਜਿਹੜੀ ਹਵਾ ਹੈ ਬਹੁਤ ਤਪਸ਼ ਵਾਲੀ ਤਤੀ ਹੀ ਹਵਾ ਚੱਲਦੀ ਹੈ। 10 ਦਿਸ਼ ਤਪਤ ਬਿਲੰਦ। ਤੇ ਚਾਰੇ ਦਿਸ਼ਾਵਾਂ ਦੇ ਵਿੱਚ, ਜੋ ਧਰਤੀ ਤੇ ਆਕਾਸ਼ ਦੇ ਵਿੱਚ ਤੇ ਹੋਰ ਵੱਖ-ਵੱਖ ਕੋਨਿਆਂ ਦੇ ਵਿੱਚ, 10 ਹੀ ਦਿਸ਼ਾਵਾਂ ਵਿੱਚ ਜਾਣੋ ਕਿ ਤਪਸ਼ ਹੀ ਤਪਸ਼ ਪੈ ਰਹੀ ਹੈ। ਚੌਪਈ ਬਸਤਰ ਵਿਭੂਖਨ ਸਦਨ ਉਤੰਗ। ਤੇ ਜੋ ਘਰਾਂ ਦੇ ਵਿੱਚ ਬਸਤਰ ਗਹਿਣੇ ਆਦਿਕ ਹਨ, ਉੱਚੇ ਜੋ ਘਰ ਆਦਿਕ ਮਕਾਨ ਹਨ। ਸੀਸ ਮਹਿਲ ਅਰ ਚਤਰਤ ਰੰਗ। ਤੇ ਸੋਹਣੇ ਸ਼ੀਸ਼ੇ ਦੇ ਜਿਹੜੇ ਮਹਿਲ ਨੇ, ਤੇ ਰੰਗਾਂ ਰੰਗਾਂ ਦੀ ਜਿਨ੍ਹਾਂ ਮਹਿਲਾਂ ਮਕਾਨਾਂ ਦੇ ਵਿੱਚ ਚਿੱਤਰਕਾਰੀ ਕੀਤੀ ਹੋਈ ਹੈ। ਇਤਿਆਦਿਕ ਸਗਰੇ ਤਪਤਾਏ। ਐਸੇ ਸਾਰੇ ਮਕਾਨ ਤਪ ਹੀ ਰਹੇ ਹਨ। ਨਹਿ ਸੀਤਲਤਾ ਕਤਹੂ ਪਾਏ। ਤੇ ਕਿਤੇ ਵੀ ਕਿਸੇ ਨੂੰ ਵੀ ਠੰਡਕ ਨਹੀਂ ਕਿਧਰੇ ਪ੍ਰਾਪਤ ਹੋ ਰਹੀ।
ਪ੍ਰਿਥੀ ਆਕਾਸ਼ ਸਗਲ ਤਪਤਾਇਓ ਧਰਤੀ ਤੇ ਆਕਾਸ਼ ਵਿੱਚ ਤਪਸ਼ ਹੀ ਤਪਸ਼ ਪੈ ਰਹੀ ਹੈ। ਮਨਹੁ ਤੇਜ ਅਗਨੀ ਦਿਪਤਾਇਓ ਮਾਨੋ ਕਿ ਅੱਗ ਨੇ ਹੀ ਆਪਣਾ ਤੇਜ ਜਿਹੜਾ ਹੈ ਉਹ ਤਪਾਇਆ ਪ੍ਰਗਟ ਕੀਤਾ ਹੋਇਆ। ਸਭਾ ਬਿਖੈ ਨੋ ਰੰਗ ਨੇ ਕਹਿਓ ਤੇ ਐਸੀ ਜਦੋਂ ਤਪਸ਼ ਪੈ ਰਹੀ ਹੈ, ਬਹੁਤੀਆਂ ਜ਼ਿਆਦਾ ਜੇਠ ਮਹੀਨੇ ਦੇ ਵਿੱਚ ਲੂਆਂ ਚੱਲ ਰਹੀਆਂ ਨੇ, ਤੱਤੀ ਹਵਾ ਚੱਲਦੀ ਹੈ, ਤਾਂ ਸਭਾ ਦੇ ਵਿੱਚ ਬੈਠੇ ਹੋਏ ਔਰੰਗਜ਼ੇਬ ਨੇ ਕਿਹਾ, ਆਜ ਤਪਤ ਅਤਸ਼ੈ ਜਨ ਦਹਿਓ ਕਹਿੰਦਾ ਹੈ ਕਿ ਅੱਜ ਬਹੁਤੀ ਤਪਸ਼ ਪੈ ਰਹੀ ਹੈ। ਇਵੇਂ ਲੱਗਦਾ ਹੈ ਜਿਵੇਂ ਕਿ ਬਹੁਤੇ ਜ਼ਿਆਦਾ ਲੋਕ ਤਪਸ਼ ਨਾਲ ਸੜ ਹੀ ਰਹੇ ਹੋਣ। ਗੁਰ ਨੰਦਨ ਨਿਜ ਬਾਕ ਬਖਾਨਹੁ ਤੇ ਇਸ ਪ੍ਰਕਾਰ ਇਹ ਸੋਚ ਕੇ ਕਹਿੰਦਾ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਆਖਦਾ ਹੈ ਕਿ ਇਹ ਗੁਰੂ ਕੇ ਸਪੁੱਤਰ ਜੀ, ਆਪਣੀ ਰਸਨਾ ਤੋਂ ਤੁਸੀਂ ਬਚਨ ਆਖੋ। ਮਿਟਹਿ ਤਪਤ ਸੀਤਲਤਾ ਠਾਨਹੁ ਐਸਾ ਵਚਨ ਤੁਸੀਂ ਉਚਾਰਨ ਕਰ ਦਿਓ ਜਿਸ ਕਰਕੇ ਸਭ ਤਪਸ਼ ਮਿਟ ਜਾਵੇ ਤੇ ਠੰਡੀ ਹਵਾ ਚੱਲਣ ਲੱਗ ਪਏ। ਸਭਾ ਵਿਖੈ ਸੀਤਲ ਬਹਿ ਪਾਉਨ ਤੇ ਸਭਾ ਦੇ ਵਿੱਚ ਵੀ ਸੀਤਲ ਠੰਡੀ ਹਵਾ ਜੋ ਹੈ ਉਹ ਆਉਣ ਲੱਗ ਪਵੇ। ਜਿਸ ਤੇ ਸੁਖਦਾਇਕ ਹੋਏ ਪਾਉਨ ਤੇ ਐਸੀ ਹਵਾ ਪ੍ਰਾਪਤ ਹੋ ਜਾਵੇ ਜਿਸ ਕਰਕੇ ਜਿੱਥੇ ਅਸੀਂ ਬੈਠੇ ਹੋਏ ਹਾਂ ਇਹ ਘਰ ਅਸਥਾਨ ਬੜੇ ਹੀ ਸੁਖਦਾਇਕ ਪ੍ਰਤੀਤ ਹੋਣ ਲੱਗ ਜਾਣ। ਸਭ ਹਿਨ ਕੇ ਚਿਤ ਵਿਆਕੁਲ ਤੇ ਅਹੇ ਸਭਨਾਂ ਦੇ ਬਹੁਤੇ ਹੀ ਚਿੱਤ ਵਿਆਕੁਲ ਹਨ, ਦੁਖੀ ਹਨ। ਮਹਾ ਕਾਮ ਜਨ ਤਨ ਕੋ ਤੇ ਦਹੇ ਬਹੁਤੀ ਤਪਸ਼ ਹੈ ਤੇ ਇਹ ਜਾਣੋ ਕਿ ਸਰੀਰਾਂ ਨੂੰ ਸਾੜ ਹੀ ਰਹੀ ਹੈ। ਸੀਤਲ ਮੰਦ ਸਮੀਰ ਚਲਾਵਹੁ ਤੇ ਇਸ ਲਈ ਤੁਸੀਂ ਠੰਡੀ ਹਵਾ ਚਲਾ ਦਿਓ। ਉਹ ਹਵਾ ਠੰਡੀ ਵੀ ਹੋਵੇ, ਸੁਗੰਧਿਤ ਵੀ ਹੋਵੇ ਤੇ ਬਹੁਤੀ ਹੀ ਮੱਧਮ ਚੱਲਣ ਵਾਲੀ, ਹੌਲੀ ਹੌਲੀ ਚੱਲਣ ਵਾਲੀ ਹੋਵੇ। ਸਭ ਕੋ ਸੁਖ ਦੇਹੁ ਤਪਤ ਮਿਟਾਵਹੁ ਤੇ ਸਭਨਾਂ ਨੂੰ ਸੁਖ ਦੇ ਦਿਓ ਤਪਸ਼ ਮੇਟ ਕਰਕੇ। ਸੁਨ ਸ੍ਰੀ ਰਾਮ ਰਾਏ ਬਚ ਕਹੇ ਤੇ ਇਸ ਤਰ੍ਹਾਂ ਇਹ ਔਰੰਗਜ਼ੇਬ ਦੇ ਬੋਲ ਜਦੋਂ ਬਾਬਾ ਰਾਮ ਰਾਏ ਜੀ ਨੇ ਸੁਣੇ ਤਾਂ ਅੱਗੋਂ ਕਹਿਣ ਲੱਗੇ ਹਨ, ਹੋਏ ਸੀਤਲ ਜੈਸੇ ਚਿਤ ਚਹੇ ਬਾਦਸ਼ਾਹ, ਜਿਸ ਤਰ੍ਹਾਂ ਤੂੰ ਆਪਣੇ ਚਿੱਤ ਵਿੱਚ ਚਾਹਿਆ ਹੈ ਇਸੇ ਤਰ੍ਹਾਂ ਠੰਡੀ ਹਵਾ ਚੱਲਣ ਲੱਗ ਪਏਗੀ। ਤ੍ਰੈ ਵਿਦ ਕੀ ਸਮੀਰ ਅਬ ਆਵੈ ਤੇ ਹੁਣ 3 ਤਰ੍ਹਾਂ ਦੀ ਹਵਾ ਇੱਥੇ ਆਣ ਪ੍ਰਾਪਤ ਹੋ ਜਾਏਗੀ, ਰੁੱਤ ਬਸੰਤ ਸਭ ਕੋ ਬਿਦਤਾਵੈ ਜਿਹੜੀ ਕਿ ਠੰਡੀ ਵੀ ਹੋਵੇਗੀ, ਸੁਗੰਧੀ ਵਾਲੀ ਹੋਵੇਗੀ ਤੇ ਹੌਲੀ ਹੌਲੀ ਚੱਲਣ ਵਾਲੀ ਹੋਵੇਗੀ। ਤੇ ਸਭਨਾਂ ਦੇ ਵਾਸਤੇ ਪ੍ਰਗਟ ਹੀ ਜਿਵੇਂ ਬਸੰਤ ਰੁੱਤ ਹੁੰਦੀ ਹੈ ਇਸ ਪ੍ਰਕਾਰ ਦੀ ਫੁੱਲਾਂ ਦੀ ਮਹਿਕ ਆਉਣ ਲੱਗ ਪਏਗੀ। ਜਿਸ ਕੋ ਹੋਏ ਸਪਰਸ਼ ਤਨ ਆਏ ਤੇ ਜਿਸ ਦੇ ਵੀ ਸਰੀਰ ਨੂੰ ਆ ਕੇ ਠੰਡੀ ਸੁਗੰਧੀ ਵਾਲੀ ਧੀਮੀ ਹਵਾ ਚੱਲਦੀ ਹੋਈ ਆ ਛੂਹੇਗੀ, ਅਦਕ ਮੋਦ ਚਿਤ ਕੋ ਉਪਜਾਏ ਉਹਨਾਂ ਦੇ ਮਨਾਂ ਵਿੱਚ ਬਹੁਤ ਹੀ ਖੁਸ਼ੀ ਹੋਵੇਗੀ। ਗ੍ਰੀਖਮ ਝਾਰ ਮਿਟੇ ਅਬ ਐਸੇ ਤੇ ਇਸ ਪ੍ਰਕਾਰ ਦੀ ਜਿਹੜੀ ਬਹੁਤੀ ਗਰਮੀ ਪੈ ਰਹੀ ਹੈ ਨਾ, ਹੁਣ ਇਸ ਤਰ੍ਹਾਂ ਮਿਟ ਜਾਵੇਗੀ। ਸੂਰਜ ਉਦੇ ਤਿਮਰ ਗੰਧ ਜੈਸੇ ਜਿਵੇਂ ਸੂਰਜ ਚੜ੍ਹਨ ਦੇ ਨਾਲ ਬਹੁਤਾ ਹਨੇਰਾ ਖਤਮ ਹੋ ਜਾਂਦਾ ਹੈ, ਇਸ ਤਰ੍ਹਾਂ ਦੀ ਠੰਡੀ ਹਵਾ ਚੱਲਣ ਦੇ ਨਾਲ ਸਭ ਤਪਸ਼ ਸਾਰੇ ਇਲਾਕਿਆਂ ਵਿੱਚੋਂ ਦੂਰ ਹੋ ਜਾਵੇਗੀ। ਇਮ ਕਹਤਿਓ ਸੁਖਦਾਇਕ ਪਾਉਨ ਤੇ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਹੈ। ਬਚਨ ਕਰਦਿਆਂ ਸਾਰ ਹੀ ਸੁਖਦਾਈ ਹਵਾ ਚੱਲਣ ਲੱਗ ਪਈ ਹੈ। 40 ਤ੍ਰੈ ਵਿਦ ਕੀ ਤਿਸ ਪਾਉਨ ਜਾਣੋ ਕਿ ਜਿਸ ਘਰ ਦੇ ਵਿੱਚ ਜਿਸ ਥਾਂ ਤੇ ਨਿਵਾਸ ਹੈ, ਜਿਸ ਥਾਂ ਤੇ ਸਭਾ ਔਰੰਗਜ਼ੇਬ ਦੀ ਲੱਗੀ ਹੋਈ ਹੈ, ਉਸ ਥਾਂ ਤੇ 3 ਤਰ੍ਹਾਂ ਦੀ ਹਵਾ ਸੁਗੰਧੀ ਵਾਲੀ ਤੇ ਹੌਲੀ ਹੌਲੀ ਚੱਲਣ ਵਾਲੀ ਤੇ ਠੰਡੀ ਚੱਲਣ ਲੱਗ ਪਈ। ਮਹਿਦ ਸੁਗੰਧਤ ਆਨੰਦ ਉਪਾਵਤ ਤੇ ਬਹੁਤ ਹੀ ਸੁਗੰਧਿਤ ਹਵਾ ਹੈ ਜਿਸ ਨੂੰ ਪ੍ਰਾਪਤ ਕਰਕੇ ਬਹੁਤ ਹੀ ਆਨੰਦ ਆ ਰਿਹਾ। ਮੰਦ ਮੰਦ ਸੀਤਲ ਚਲ ਆਵਤ ਤੇ ਸਹਿਜੇ ਸਹਿਜੇ ਚਲਦੀ ਹੋਈ ਹਵਾ ਪ੍ਰਾਪਤ ਹੋ ਰਹੀ ਹੈ ਸਭਨਾਂ ਨੂੰ। ਕਬਹੁ ਨ ਆਗੇ ਸੁਨੀ ਨ ਹੇਰੀ ਤੇ ਐਸੀ ਹਵਾ ਪਾ ਕੇ ਤੇ ਇਸ ਪ੍ਰਕਾਰ ਸਭਾ ਵਿੱਚ ਬੈਠੇ ਹੋਏ ਲੋਕ ਸਮਝ ਰਹੇ ਹਨ ਕਿ ਨਾ ਤਾਂ ਕਦੇ ਇਹੋ ਜਿਹੀ ਹਵਾ ਅਸੀਂ ਕਿਤੇ ਚਲਦੀ ਹੋਈ ਸੁਣੀ ਹੈ ਤੇ ਨਾ ਵੇਖੀ ਹੈ। ਹੋਤ ਸਪਰਸ਼ ਸੁਖਦ ਤਿਸ ਬੇਰੀ ਤੇ ਇਹ ਹਵਾ ਆ ਕੇ ਸਾਡੇ ਸਰੀਰਾਂ ਨੂੰ ਲੱਗਦੀ ਛੂੰਹਦੀ ਹੈ ਤਾਂ ਬਹੁਤਾ ਸੁਖ ਮਿਲਦਾ ਹੈ। ਹਰਖ ਭਰੇ ਔਰ ਸਰਬ ਵਿਸਾਲ ਤੇ ਇਸ ਪ੍ਰਕਾਰ ਹਵਾ ਨੂੰ ਪ੍ਰਾਪਤ ਕਰਕੇ ਬਹੁਤੇ ਹੀ ਸਭ ਖੁਸ਼ ਹੋ ਗਏ ਹਨ। ਬਿਸਮਤ ਚਿਤ ਅਸ ਵਾਯੂ ਚਾਲ ਤੇ ਇਹੋ ਜਿਹੀ ਹਵਾ ਸੁੰਦਰ ਚਲਦੀ ਜਾਣ ਕੇ
ਆਪਣੇ ਮਨਾਂ ਦੇ ਵਿੱਚ ਬਹੁਤ ਹੈਰਾਨ ਹੁੰਦੇ ਹਨ। ਤਿਸ ਦਿਨ ਸੰਧਿਆ ਲਗ ਸੋ ਬਹੀ। ਕਿ ਇਸ ਤਰ੍ਹਾਂ ਹਵਾ ਚੱਲਦੀ ਰਹੀ ਹੈ। ਜਿਸ ਦਿਨ ਇਹ ਸਭਾ ਲਗਾਈ ਹੋਈ ਹੈ, ਔਰੰਗਜ਼ੇਬ ਨੇ ਬੇਨਤੀ ਕਰਕੇ ਸਤਿਗੁਰਾਂ ਦੇ ਸਪੁੱਤਰ ਤੋਂ ਹਵਾ ਚਲਵਾਈ ਹੈ। ਸ਼ਾਮ ਦੇ ਸਮੇਂ ਤੱਕ ਹਵਾ ਚੱਲਦੀ ਰਹੀ। ਸੀਤ ਸੁਗੰਧ ਮੰਦ ਗਤ ਤੇ ਲਹੀ। ਇਹੋ ਜਿਹੀ ਹਵਾ ਵਗੀ ਹੈ ਜੋ ਸੀਤਲ ਠੰਡੀ ਹੈ, ਸੁਗੰਧੀ ਵਾਲੀ ਹੈ ਤੇ ਹੌਲੀ ਹੌਲੀ ਚੱਲਣ ਵਾਲੀ। ਹੋਏ ਹਰਖਤ ਉਰ ਸਮਾਂ ਬਿਤਾਇਓ। ਤੇ ਇਸ ਪ੍ਰਕਾਰ ਬਹੁਤ ਜ਼ਿਆਦਾ ਖੁਸ਼ ਹੋ ਕੇ ਇਉਂ ਔਰੰਗਜ਼ੇਬ ਨੇ ਉੱਥੇ ਸਮਾਂ ਬਤੀਤ ਕੀਤਾ। ਅਦਕ ਆਨੰਦ ਸ਼ਾਹ ਉਪਜਾਇਓ। ਤੇ ਬਹੁਤਾ ਹੀ ਆਨੰਦ ਹਿਰਦੇ ਵਿੱਚ ਔਰੰਗਜ਼ੇਬ ਨੂੰ ਪ੍ਰਾਪਤ ਹੋਇਆ ਤੇ ਬਹੁਤੇ ਜਿਹੜੇ ਗੁਰੂ ਘਰ ਦੇ ਪ੍ਰੇਮੀ ਹਨ ਉਹ ਵੀ ਖੁਸ਼ ਹੋਏ। ਪੁਨ ਇੱਕ ਬਾਸੁਰ ਸਭਾ ਸੋ ਆਏ। ਤੇ ਫਿਰ ਇੱਕ ਦਿਨ ਦੀ ਗੱਲ ਸੁਣੋ ਕਿ ਸਭਾ ਦੇ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਆਏ ਹਨ। ਲਗਨ ਸਮਾਧ ਬਿਰਤੰਤ ਚਲਾਏ। ਇਹ ਸਮਾਧੀ ਲੱਗਣ ਬਾਰੇ ਉਸ ਵੇਲੇ ਗੱਲ ਸਭਾ ਦੇ ਵਿੱਚ ਛਿੜੀ ਹੈ। ਦਸਵੇਂ ਦਵਾਰ ਪੌਣ ਥਿਰ ਹੋਏ। ਤੇ ਜਿਹੜੇ ਔਰੰਗਜ਼ੇਬ ਦੀ ਸਭਾ ਵਿੱਚ ਬਹਿਣ ਵਾਲੇ ਉਲਮਾਬ ਹਨ, ਮੁਸਲਮਾਨ ਵਿਦਵਾਨ ਨੇ, ਉਹ ਕਹਿੰਦੇ ਹਨ ਕਿ ਜੋ ਸਭਾ ਜਿਸ ਪ੍ਰਕਾਰ ਦਸਵੇਂ ਦਵਾਰ ਦੇ ਵਿੱਚ ਜੋ ਸਵਾਸ ਚੜਾਏ ਜਾਂਦੇ ਹਨ ਨਾ, ਇਸ ਤਰ੍ਹਾਂ ਸਵਾਸ ਚੜਾਉਣੇ ਬਹੁਤ ਔਖੇ ਹੁੰਦੇ ਨੇ। ਸੁਧ ਸਰੀਰ ਕੀ ਲਖੈ ਨ ਕੋਏ। ਜਦੋਂ ਦਸਵੇਂ ਦਵਾਰ ਦੇ ਵਿੱਚ ਸਾਹ ਚੜ ਜਾਣ, ਆਪਣੇ ਸਵਾਸ ਚੜਾ ਲਏ ਜਾਣ, ਤਾਂ ਤਿਸ ਵੇਲੇ ਸਰੀਰ ਦੀ ਕੋਈ ਖਬਰਸਾਰ ਆਪਣੀ ਨਹੀਂ ਰਹਿੰਦੀ ਹੈ। ਇਤਿਆਦਿਕ ਉਲਮਾਓ ਤੇ ਬਖਾਨੇ। ਇਸ ਤਰ੍ਹਾਂ ਬਾਦਸ਼ਾਹ ਦੇ ਜਿਹੜੇ ਉਲਮਾਵ ਵਿਦਵਾਨ ਨੇ ਉਹ ਕਹਿਣ ਲੱਗੇ ਹਨ। ਅਸ ਸਮਾਧ ਜੋਗੀ ਕਰ ਜਾਣੇ। ਤੇ ਇਹੋ ਜਿਹੀ ਸਮਾਧੀ ਜੋ ਲੱਗਦੀ ਹੈ, ਇਸ ਸਮਾਧੀ ਨੂੰ ਲਗਾਉਣਾ ਤਾਂ ਜੋਗੀ ਲੋਕ ਹੀ ਜਾਣਦੇ, ਹੋਰ ਦੂਸਰੇ ਨਹੀਂ ਜਾਣਦੇ ਹਨ। ਅਸ਼ਟ ਅੰਗ ਜਿਸ ਸਾਧਨ ਕਰੇ। ਤੇ ਜਿਸ ਸਮਾਧੀ ਨੂੰ ਸਾਧਨ ਕਰਕੇ ਜੋ ਪਹਿਲਾਂ ਯੋਗ ਸਾਧਨਾ ਸਾਧਣੀ ਪੈਂਦੀ, ਫਿਰ ਉਹ ਸਮਾਧੀ ਲੱਗਦੀ ਹੈ। ਯੋਗ ਦੇ 8 ਅੰਗ ਪਹਿਲਾਂ ਸਾਧੀ ਦੇ ਨੇ ਤੇ ਫਿਰ ਇਹ ਸਮਾਧੀ ਲੱਗ ਸਕਦੀ ਹੈ। ਯਮ ਨੇਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧ ਆਦਿਕ ਜਦੋਂ ਇਹ ਸਾਰੇ ਸਾਧੇ ਜਾਂਦੇ ਹੈ ਤਾਂ ਫਿਰ ਐਸੀ ਸਮਾਧੀ ਲੱਗਦੀ ਹੈ। ਤਬ 10 ਦਵਾਰੇ ਵਾਯੂ ਥਿਰੇ। ਤਾਂ ਦਸਵੇਂ ਦਵਾਰ ਦੇ ਵਿੱਚ ਸਵਾਸ ਚੜ੍ਹਦੇ ਹਨ। ਅਦਕ ਜੋਗ ਰਸ ਪ੍ਰਾਪਤ ਹੋਏ। ਤੇ ਬਹੁਤਾ ਯੋਗ ਸਾਧਨਾ ਵਾਲਾ ਫਿਰ ਆਨੰਦ ਰਸ ਪ੍ਰਾਪਤ ਹੁੰਦਾ ਹੈ। ਆਰ ਬਲਾ ਚਿਰ ਜੀਵੀ ਸੋਏ। ਤੇ ਫਿਰ ਬਹੁਤੇ ਚਿਰਜੀਵੀ ਵਾਲੀ ਉਮਰ ਉਹਦੀ ਹੋ ਜਾਂਦੀ ਹੈ। ਲੰਮਾ ਸਮਾਂ ਜਿਉਣ ਵਾਲਾ ਉਹ ਹੋ ਜਾਂਦਾ, ਵੱਡੀ ਉਮਰ ਵਾਲਾ। ਐਸੇ ਜਿਹੜੇ ਯੋਗੀ ਲੋਕ ਜਦੋਂ ਸਾਧਨਾ ਸਾਧਦੇ ਨੇ, ਪ੍ਰਾਣ ਆਪਣੇ ਦਸਵੇਂ ਦਵਾਰ ਦੇ ਵਿੱਚ ਕਿੰਨਾ ਕਿੰਨਾ ਸਮਾਂ ਚੜ੍ਹਾਈ ਰੱਖਦੇ ਹਨ, ਤਾਂ ਆਪਣੀ ਉਮਰ ਨੂੰ ਉਹ ਵੱਡੀ ਕਰ ਲੈਂਦੇ ਹਨ। ਗੋਰਖ ਕਠਨ ਪੰਥ ਉਪਰਾਜਾ। ਇਸ ਤਰ੍ਹਾਂ ਇਹ ਜੋ ਵਿਦਵਾਨ ਨੇ ਔਰੰਗਜ਼ੇਬ ਦੀ ਸਭਾ ਵਿੱਚ ਦੱਸ ਰਹੇ ਹਨ ਕਿ ਜਿਹੜਾ ਗੋਰਖਨਾਥ ਹੋਇਆ ਹੈ ਜੋਗੀ, ਉਸ ਨੇ ਬਹੁਤ ਹੀ ਕਠਿਨ ਸਾਧਨਾ ਸਾਧਨ ਵਾਲਾ ਜਿਹੜਾ ਪੰਥ ਹੈ ਆਪਣਾ ਯੋਗ ਮਤ ਪ੍ਰਗਟ ਕੀਤਾ ਹੋਇਆ। ਸਿੱਖਿਆ ਕਰੇ ਤਿਨ ਵੱਡ ਵੱਡ ਰਾਜਾ। ਇਹ ਗੋਰਖਨਾਥ ਨੇ ਬੜੇ ਵੱਡੇ ਜਿਹੜੇ ਰਾਜੇ ਹਨ ਉਹਨਾਂ ਨੂੰ ਆਪਣੇ ਸੇਵਕ ਬਣਾਇਆ, ਆਪਣੇ ਚੇਲੇ ਬਣਾਇਆ, ਉਹਨਾਂ ਨੂੰ ਯੋਗੀ ਬਣਾ ਦਿੱਤਾ। ਮਾਰਗ ਜੋਗ ਤਿਨਹੁ ਸਿਖਰਾਵਾ। ਤੇ ਉਹਨਾਂ ਨੂੰ ਯੋਗ ਸਾਧਨਾ ਸਾਧਨ ਵਾਲਾ ਮਾਰਗ ਸਿਖਾ ਦਿੱਤਾ। ਚਿਰੰਜੀਵ ਕਰ ਦੇਹ ਰਖਾਵਾ। ਤੇ ਬਹੁਤ ਜਿਸ ਕਰਕੇ ਜਿਹੜੇ ਜੋ ਗੋਰਖ ਪੰਥੀਏ ਹੋਏ ਹਨ ਉਹਨਾਂ ਨੇ ਯੋਗ ਸਾਧਨਾ ਸਾਧੀ ਹੈ ਤੇ ਜਿਸ ਕਰਕੇ ਬੜੀ ਆਪਣੀ ਵੱਡੀ ਉਮਰ ਉਹਨਾਂ ਨੇ ਕਰ ਲਈ। ਅਪਰਨ ਮਹਿ ਬਾਤ ਨ ਪਈਅਤ। ਤੇ ਹੋਰਾਂ ਦੇ ਵਿੱਚ ਇਹ ਗੱਲ ਨਹੀਂ ਪ੍ਰਾਪਤ ਹੁੰਦੀ। ਇਸ ਤਰ੍ਹਾਂ ਇਹ ਔਰੰਗਜ਼ੇਬ ਦੀ ਸਭਾ ਵਿੱਚ ਜਿਹੜੇ ਉਲਮਾਬ ਵਿਦਵਾਨ ਨੇ ਕਹਿ ਰਹੇ ਹਨ ਕਿ ਉਹ ਗੋਰਖ ਪੰਥੀਆਂ ਵਿੱਚ ਹੀ ਹੈ ਐਸੀ ਸਮਾਧੀ ਉਹ ਲਾ ਸਕਦੇ ਹੈ, ਤੇ ਹੋਰ ਮਤ ਵਾਲੇ ਇਸ ਤਰ੍ਹਾਂ ਦੀ ਕੋਈ ਲੰਬੀ ਆਯੂ ਵਧਾਉਣ ਵਾਲੀ ਜੋ ਸਮਾਧੀ ਹੈ ਉਹ ਨਹੀਂ ਲਗਾ ਸਕਦੇ। ਗੋਰਖ ਪੰਥ ਵਿਖੈ ਸਿਖ ਲਈਅਤ। ਤੇ ਇਹੋ ਜਿਹੀ ਜਿਹੜੀ ਸਿੱਖਿਆ ਹੈ ਯੋਗ ਸਾਧਨਾ ਸਾਧ ਕੇ ਆਪਣੀ ਉਮਰ ਨੂੰ ਵੱਡੀ ਕਰ ਲੈਣ ਵਾਲੀ ਸਾਧਨਾ ਸਾਧਿਆ ਹੋਇਆ, ਇਹ ਗੋਰਖ ਪੰਥ ਦੇ ਵਿੱਚ ਗੋਰਖ ਮਤ ਵਿੱਚੋਂ ਹੀ ਸਿੱਖੀ ਜਾਂਦੀ ਹੈ।
ਸੁਣਤ ਸ਼ਾਹੁ ਨੇ ਤਬਹਿ ਬਖਾਨਾ। ਤੇ ਇਸ ਤਰ੍ਹਾਂ ਜਦੋਂ ਸੁਣਿਆ ਔਰੰਗਜ਼ੇਬ ਬਾਦਸ਼ਾਹ ਨੇ ਤਾਂ ਫਿਰ ਕਹਿਣ ਲੱਗਾ ਹੈ, ਸੁਨਹੁ ਗੁਰੂ ਸੁਤ ਤੁਮ ਪੀ ਜਾਨਾ। ਬਾਬਾ ਰਾਮ ਰਾਏ ਜੀ ਨੂੰ ਮੁਖਾਤਬ ਕਰਕੇ ਕਹਿੰਦਾ ਹੈ, ਗੁਰੂ ਕੇ ਪੁੱਤਰ ਜੀ ਤੁਸੀਂ ਵੀ ਜਾਣਦੇ ਹੋ ਨਾ ਸਭ, ਲਾਵਤ ਹੋ ਸਮਾਧ ਕੈ ਤੇ ਨਾਹੀ। ਜੇ ਤੁਸੀਂ ਸਮਾਧੀ ਲਗਾਉਂਦੇ ਹੋ ਕਿ ਨਹੀਂ ਦੱਸ ਦਿਓ। ਸਮਾਧੀ ਲਾਉਣਾ ਜੇ ਤੁਸੀਂ ਜਾਣਦੇ ਹੋ ਤਾਂ ਸਾਨੂੰ ਦੱਸ ਦਿਓ, ਔਰ ਮਹਿਦ ਗੁਣ ਗਨ ਤੁਮ ਮਾਹੀ। ਕਿਉਂਕਿ ਹੋਰ ਵੀ ਬਹੁਤ ਸਾਰੇ ਵੱਡੇ ਗੁਣ ਤੁਹਾਡੇ ਵਿੱਚ ਵੇਖਣ ਨੂੰ ਮਿਲਦੇ ਜੋ ਹਨ। ਸੁਨ ਸ੍ਰੀ ਰਾਮ ਰਾਏ ਨੇ ਕਹਿਓ। ਔਰੰਗਜ਼ੇਬ ਤੋਂ ਸੁਣ ਕੇ ਬਾਬਾ ਰਾਮ ਰਾਏ ਜੀ ਬਚਨ ਕਰਨ ਲੱਗੇ ਹਨ ਹਮਰੇ ਸ੍ਰੀ ਨਾਨਕ ਜਿਮ ਚਹਿਓ। ਕਿ ਸਾਡੇ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਤਿਗੁਰਾਂ ਨੇ ਜਿਵੇਂ ਚਾਹਿਆ ਹੈ ਤਿਵੇਂ ਹੀ ਸਤਿਗੁਰਾਂ ਨੇ ਆਪਣੀ ਸਿੱਖਿਆ ਜੋ ਹੈ ਆਪਣੀ ਮੌਜ ਅਨੁਸਾਰ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਬਿਦ ਕਰਤੇ ਰਹੇ ਵਿਸਾਲਾ। ਤੇ ਜੋ ਸਤਿਗੁਰੂ ਜੀ ਨੇ ਚਾਹਿਆ ਜਿਵੇਂ ਕਰਨਾ ਤਿਵੇਂ ਹੀ ਸਤਿਗੁਰੂ ਸਾਹਿਬ ਜੀ ਵਿਧੀ ਕਰਦੇ ਰਹੇ ਤੇ ਇਸ ਮਰਜ਼ਾਦਾ ਵਿੱਚ ਆਪ ਸਤਿਗੁਰੂ ਮਹਾਰਾਜ ਸਾਹਿਬ ਚੱਲੇ ਹਨ ਤੇ ਆਪਣੇ ਸਿੱਖਾਂ ਨੂੰ ਵੀ ਉਸੇ ਮਰਜ਼ਾਦਾ ਵਿੱਚ ਚੱਲਣ ਦਾ ਉਸੇ ਤਰ੍ਹਾਂ ਨਾਮ ਜਪ ਕੇ ਸਮਾਧੀ ਲਗਾਉਣ ਦਾ ਉਪਦੇਸ਼ ਦਿੱਤਾ। ਹੋਰ ਕਿਸੇ ਮਤ ਦੇ ਅਨੁਸਾਰ ਚੱਲਣ ਦਾ ਉਪਦੇਸ਼ ਸਤਿਗੁਰੂ ਮਹਾਰਾਜ ਸਾਹਿਬ ਨੇ ਨਹੀਂ ਦਿੱਤਾ। ਕਰਨ ਸਮਾਧ ਸੁਪੰਥ ਸੁਖਾਲਾ। ਤੇ ਇਸ ਲਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋ ਗੁਰਸਿੱਖੀ ਪੰਥ ਹੈ, ਗੁਰਸਿੱਖੀ ਮਾਰਗ ਹੈ, ਇਸ ਵਿੱਚ ਤਾਂ ਸੁਖਾਲਾ ਹੀ ਇਹ ਮਾਰਗ ਹੈ। ਸੌਖੀ ਹੀ ਸਮਾਧੀ ਲੱਗ ਜਾਂਦੀ ਹੈ ਪਰਮੇਸ਼ਰ ਦਾ ਨਾਮ ਜਪ ਕੇ, ਗੁਰੂ ਕਾ ਉਪਦੇਸ਼ ਕਮਾ ਕੇ। ਸਤਿਗੁਰ ਘਰ ਮੈਂ ਸਭ ਕਿਛ ਪਈਅਤ। ਤੇ ਇਹ ਲੋਕੋ ਜੋ ਸਭ ਸਤਿਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਸਾਧਨ ਪ੍ਰਾਪਤ ਹੋ ਜਾਂਦੇ ਨੇ, ਜੋ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਕਹਿੰਦੇ ਹਨ, ਬਾਦਸ਼ਾਹ ਸੋ ਜਿਹੜੀ ਸਿੱਧੀ ਇਹ ਜੋ ਸਾਧਨਾ ਦੱਸਦੇ ਨੇ, ਇਹੋ ਜਿਹੀ ਸਾਧਨਾ ਗੁਰਸਿੱਖਾਂ ਨੂੰ ਸਾਧਨ ਦੀ ਲੋੜ ਨਹੀਂ ਹੁੰਦੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਸਿੱਖੀ ਮਾਰਗ ਦੇ ਵਿੱਚ ਤਾਂ ਸਾਰੇ ਸਾਧਨ ਜਿਹੜੇ ਹਨ ਆਪਣੇ ਆਪ ਹੀ ਗੁਰੂ ਕਾ ਉਪਦੇਸ਼ ਕਮਾ ਕੇ ਹੋ ਜਾਂਦੇ ਹਨ। ਭਗਤ ਗਿਆਨ ਮਹਿਮਾ ਅਦਕਈਅਤ। ਤੇ ਗੁਰੂ ਘਰ ਦੇ ਵਿੱਚ ਜੋ ਵੱਖ-ਵੱਖ ਤਰ੍ਹਾਂ ਦੇ ਯਮ ਨੇਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧ ਆਦਿਕ ਜਿਹੜੇ ਹਨ ਕਰਮ ਕਰਨ ਵਾਸਤੇ ਸਿੱਖਿਆ ਨਹੀਂ ਦਿੱਤੀ ਜਾਂਦੀ ਤੇ ਸੁਖਾਲੇ ਹੀ ਜੋ ਹਨ ਭਗਤ ਗਿਆਨ ਮਹਿਮਾ ਅਧਿਕਈਅਤ। ਜੋ ਭਗਤੀ ਕਰਨ ਦੀ ਬਹੁਤੀ ਮਹਿਮਾ ਹੀ ਗੁਰੂ ਘਰ ਵਿੱਚ ਆਖੀ ਜਾਂਦੀ ਹੈ। ਭਗਤੀ ਕਰਕੇ ਗਿਆਨ ਪ੍ਰਾਪਤ ਕੀਤਾ ਜਾਂਦਾ, ਪ੍ਰੇਮਾ ਭਗਤੀ ਕਰਕੇ। ਇਹ ਤਾਂ ਮੁਖ ਗੌਨ ਹੈ ਆਨ। ਤੇ ਮੁੱਖ ਜਿਹੜਾ ਕਰਮ ਹੈ ਗੁਰਸਿੱਖੀ ਧਰਮ ਦੇ ਵਿੱਚ ਇਹ ਭਗਤੀ ਕਰਨ ਦਾ ਹੈ। ਭਗਤੀ ਪਰਮੇਸ਼ਰ ਦੀ ਕਰਕੇ ਪ੍ਰੇਮ ਸਹਿਤ ਤੇ ਗਿਆਨ ਦੀ ਪ੍ਰਾਪਤੀ ਵਾਲੇ ਹੋਣਾ ਤੇ ਉਹ ਸ੍ਰੇਸ਼ਟ ਸ਼ੁਭ ਕਰਮ ਹੈ। ਹੋਰ ਜਿਹੜੇ ਹਨ ਨਾ ਮਾਤਰ ਨੇ ਉਹਨਾਂ ਦੀ ਜੋ ਮਹੱਤਤਾ ਮਾਮੂਲੀ ਜਿਹੀ ਹੀ ਹੈ। ਚਾਹੇ ਕਰਹਿ ਡਿਡ ਲਹਿ ਬ੍ਰਹਮ ਗਿਆਨ। ਤੇ ਜਿਹੜੇ ਚਾਹੁੰਦੇ ਹਨ ਹੋਰ ਵੀ ਕਰਮ ਕਰਨੇ ਚਾਹੁੰਦੇ ਨੇ, ਧਿਆਨ ਲਗਾਉਣਾ ਚਾਹੁੰਦੇ ਹੈ, ਯੋਗ ਸਾਧਨਾ ਵਾਲੀ ਵੀ ਸਾਧਨਾ ਜੋ ਮਨ ਵਿੱਚ ਸਾਧਨ ਦੀ ਕਿਸੇ ਨੂੰ ਇੱਛਾ ਹੋਵੇ ਤਾਂ ਉਹ ਸਿੱਖ ਸਾਧ ਵੀ ਸਕਦੇ ਹਨ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਨੇ। ਗੁਰ ਘਰ ਮਹਿ ਇਹ ਜੋਗ ਸਮਾਧ। ਪਰ ਗੁਰੂ ਘਰ ਦੇ ਵਿੱਚ ਜੋ ਇਹੋ ਹੀ ਯੋਗ ਸਮਾਧੀ ਹੈ ਜਿਹੜੀ ਕਿ ਸ੍ਰੇਸ਼ਟ ਉਤਮ ਹੈ, ਧਾਰਨ ਕਰਨ ਦੇ ਯੋਗ ਹੈ। ਭਗਤੀ ਕਰਨੀ, ਭਗਤੀ ਸਹਿਤ ਗਿਆਨ ਦੀ ਪ੍ਰਾਪਤੀ ਵਾਲੇ ਹੋਣਾ। ਚਾਹੇ ਸੋ ਕਰੈ ਵਿਸਾਲ ਜੋ ਸਾਧ। ਜਿਹੜੇ ਵੱਡੇ ਸਾਧੂ ਜਨ ਹਨ, ਜਿਹੜੇ ਸਾਧਨਾ ਸਾਧਨ ਵਾਲੇ ਨੇ ਤੇ ਉਹ ਸਾਧ ਸਕਦੇ ਹਨ, ਐਸੀ ਸਮਾਧੀ ਨੂੰ ਕਰ ਸਕਦੇ ਹਨ ਤੇ ਸਾਰੇ ਹੀ ਜਿੰਨੇ ਵੀ ਸਾਧਨ ਹਨ ਯੋਗ ਮਤ ਦੇ ਉਹ ਵੀ ਪ੍ਰਾਪਤ ਕਰ ਸਕਦੇ ਹਨ ਜੇ ਚਾਹਣ ਤਾਂ। ਤੋ ਮੁਖਯਤਾ ਨਹਿ ਇਸ ਕੇਰੀ। ਤਾਂ ਵੀ ਹੋਰ ਜਿਹੜੇ ਸਾਧਨ ਨੇ ਨਾ ਉਹਨਾਂ ਦੀ ਮੁਖਯਤਾ ਨਹੀਂ ਹੈ, ਉਹ ਮੁੱਖ ਨਹੀਂ ਗੁਰੂ ਘਰ ਦੇ ਵਿੱਚ ਮੰਨੇ ਜਾਂਦੇ। ਸਭ ਤੋਂ ਮੁੱਖ ਸਾਧਨ ਗੁਰੂ ਘਰ ਦੇ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਦਾ ਹੈ। ਬ੍ਰਹਮ ਗਿਆਨ ਲਗ ਬ੍ਰਿਤੀ ਬਡੇਰੀ। ਇਹ ਸਭ ਤੋਂ ਵੱਡੀ ਬਖਸ਼ਿਸ਼ ਇਹੋ ਹੈ, ਸਭ ਤੋਂ ਵੱਡੀ ਪ੍ਰਾਪਤੀ ਗੁਰੂ ਘਰ ਵਿੱਚ ਇਹੋ ਮੰਨੀ ਜਾਂਦੀ ਹੈ ਕਿ ਜੇਕਰ ਬ੍ਰਹਮ ਗਿਆਨ ਤੱਕ ਆਪਣੀ ਬ੍ਰਿਤੀ ਲੱਗ ਜਾਵੇ
ਐਸੀ ਸੁਰਤੀ ਬਿਰਤੀ ਲੱਗੇ ਜਿਸ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹਿਰਦੇ ਦੇ ਵਿੱਚ ਹੋ ਜਾਵੇ। ਸੁਨ ਉਲਮਾਉਨ ਪੁਨਹਿ ਬਖਾਨੇ। ਤੇ ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਨੇ ਜਦੋਂ ਬਚਨ ਕੀਤੇ ਹਨ ਔਰੰਗਜ਼ੇਬ ਦੀ ਸਭਾ ਦੇ ਵਿੱਚ ਦਿੱਲੀ ਸ਼ਹਿਰ ਵਿੱਚ, ਤਾਂ ਜਿਹੜੇ ਸਭਾ ਵਿੱਚ ਬੈਠੇ ਹੋਏ ਉਲਮਾਬ ਨੇ, ਜਿਹੜੇ ਵਿਦਵਾਨ ਹਨ ਬਾਦਸ਼ਾਹ ਦੇ, ਉਹ ਕਹਿਣ ਲੱਗੇ ਹਨ, ਇਹ ਤੋ ਬਾਤ ਨਹੀਂ ਹਮ ਜਮਾਨੇ, ਇਹ ਤੋ ਬਾਤ ਨਹੀਂ ਹਮ ਮਾਨੇ। ਕਹਿੰਦੇ ਨੇ ਕਿ ਜੋ ਗੱਲ ਇਹ ਕਹਿ ਰਹੇ ਆ ਨਾ ਬਾਦਸ਼ਾਹ, ਇਹ ਅਸੀਂ ਮੰਨਦੇ ਨਹੀਂ ਹਾਂ, ਇਹਨਾਂ ਦੀ ਗੱਲ ਸਾਡੇ ਮੰਨਣ ਵਿੱਚ ਨਹੀਂ ਆਉਂਦੀ। ਪ੍ਰਥਮ ਪਾਉਨ ਸਾਧੇ ਤੇ ਬਿਨਾ। ਤੇ ਪਹਿਲਾਂ ਤਾਂ ਪਾਉਣ ਸਾਧਨਾ ਕਰਨੀ ਪੈਂਦੀ ਹੈ, ਸਵਾਸਾਂ ਨੂੰ ਚੜਾਉਣ ਦਾ ਜਿਹੜਾ ਅਭਿਆਸ ਕਰਨਾ ਪੈਂਦਾ ਹੈ, ਉਸ ਤੋਂ ਬਗੈਰ ਕਰਹਿ ਸਮਾਧ ਲੇਹ ਰਸ ਘਨਾ। ਤੇ ਉਸ ਤੋਂ ਬਗੈਰ ਕਿਵੇਂ ਸਮਾਧੀ ਲਗਾ ਕੇ ਬਹੁਤਾ ਰਸ ਆਨੰਦ ਸਮਾਧੀ ਲਾਉਣ ਦਾ ਯੋਗ ਸਾਧਨਾ ਦਾ ਪ੍ਰਾਪਤ ਕਰ ਸਕੀਦਾ। ਮਹਾ ਕਠਨ ਇਹ ਨਹੀਂ ਸੁਖਾਲੇ। ਤੇ ਇਹ ਜੋ ਸਮਾਧੀ ਲਗਾਉਣੀ ਹੈ, ਕਹਿੰਦੇ ਨੇ ਜਿਨ੍ਹਾਂ ਦੀ ਪਹੁੰਚ ਨਹੀਂ ਹੈ ਉਹਨਾਂ ਵਾਸਤੇ ਕਹਿੰਦੇ ਕਿ ਇਹ ਬਹੁਤ ਔਖਾ ਇਹਨਾਂ ਨੂੰ ਲੱਗ ਰਿਹਾ ਸਾਧ ਸੰਗਤ। ਸੋ ਇਹ ਔਰੰਗਜ਼ੇਬ ਦੀ ਸਭਾ ਵਿੱਚ ਇਹਦੇ ਵਿਦਵਾਨ ਨੇ, ਕਿਉਂਕਿ ਇਹਨਾਂ ਨੂੰ ਆਪ ਨੂੰ ਸਮਰੱਥਾ ਨਹੀਂ ਹੈ, ਐਸੀ ਸਮਾਧੀ ਨਹੀਂ ਲਗਾ ਸਕਦੇ, ਜਿਸ ਕਰਕੇ ਕਹਿੰਦੇ ਆ ਕਿ ਐਸੀ ਸਮਾਧੀ ਨਹੀਂ ਲੱਗ ਸਕਦੀ। ਪਹਿਲਾਂ ਯੋਗ ਮਤ ਅਨੁਸਾਰ ਸਵਾਸਾਂ ਨੂੰ ਚੜਾਉਣ ਦਾ ਅਭਿਆਸ ਕਰਨਾ ਪੈਂਦਾ। ਜਿਮ ਬਿਨ ਸਾਧਨ ਸਿੱਧ ਮਹਾਲੇ। ਜਿਵੇਂ ਕੋਈ ਬਿਨਾਂ ਸਾਧਨ ਤੋਂ ਕਿਹਾ ਜਾਵੇ ਕਿ ਬੜੇ ਹੀ ਉਸਨੇ ਜੋ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਤੇ ਬਹੁਤ ਵੱਡੀਆਂ ਉਸਨੇ ਸਿੱਧੀਆਂ ਪਾ ਲਈਆਂ ਨੇ, ਇਵੇਂ ਜਿਵੇਂ ਆਖਣਾ ਜੋ ਹੈ ਨਿਸਫਲ ਹੈ। ਨੌ ਰੰਗ ਕਹਿਓ ਸੁਨਹੁ ਗੁਰ ਆਨੰਦ। ਤੇ ਇਸ ਕਰਕੇ ਜੋ ਸਵਾਸ ਚੜਾਉਣ ਦਾ ਪਹਿਲਾਂ ਅਭਿਆਸ ਕੀਤਾ ਜਾਵੇ ਤਾਂ ਸਮਾਧੀ ਕਹਿੰਦੇ ਲਾਈ ਜਾ ਸਕਦੀ ਹੈ। ਇਸ ਤਰ੍ਹਾਂ ਜਦੋਂ ਔਰੰਗਜ਼ੇਬ ਦੇ ਉਲਮਾਵਾਂ ਵਿਦਵਾਨਾਂ ਨੇ ਆਖਿਆ ਤਾਂ ਔਰੰਗਜ਼ੇਬ ਕਹਿਣ ਲੱਗਾ ਕਿ ਗੁਰੂ ਕੇ ਸਪੁੱਤਰ ਜੀ ਸੁਣੋ, ਕਹੇ ਇਹ ਸੱਚ ਹੈ ਕਠਨ ਬਿਲੰਦ। ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਕਿ ਜੋ ਮੇਰੀ ਸਭਾ ਦੇ ਵਿਦਵਾਨ ਇਹ ਸੱਚ ਕਹਿ ਰਹੇ ਨੇ, ਇਹ ਸੱਚ ਹੀ ਦੱਸਦੇ ਹਨ ਕਿ ਸਮਾਧੀ ਲਾਉਣੀ ਬਹੁਤ ਔਖੀ ਹੈ। ਜੇ ਤੁਮ ਪਾਉਨ ਲੇਤ ਹੋ ਸਾਧ। ਤੇ ਗੁਰੂ ਕੇ ਸਪੁੱਤਰ ਜੀ, ਜੇ ਤੁਸੀਂ ਆਪ ਆਪਣੇ ਸਵਾਸਾਂ ਨੂੰ ਚੜਾਉਣ ਦਾ ਅਭਿਆਸ ਕਰ ਲੈਂਦੇ ਹੋ, ਆਪ ਸਮਾਧੀ ਲਗਾਉਣ ਦੀ ਤੁਹਾਨੂੰ ਪਹੁੰਚ ਹੈ, ਲਾਏ ਦਿਖਾਵੋ ਮੋਹਿ ਸਮਾਧ। ਤੇ ਆਪ ਤੁਸੀਂ ਫਿਰ ਆਪਣੀ ਸਮਾਧੀ ਲਾ ਕੇ ਹੀ ਸਾਨੂੰ ਦਿਖਾ ਦਿਓ। ਪੁਨ ਸਭ ਮਾਨਹਿ ਸਾਚ ਉਬਾਚੀ। ਤੇ ਜੋ ਤੁਸਾਂ ਬਚਨ ਕਹੇ ਹਨ, ਜਿਹੜੇ ਕਿ ਤੁਹਾਡੇ ਸਮਾਧੀ ਲਾਉਣ ਦੇ ਬਚਨ ਤੁਸੀਂ ਗੁਰਮਤ ਅਨੁਸਾਰ ਦੱਸੇ ਨੇ, ਮੇਰੀ ਸਭਾ ਵਿੱਚ ਬਹਿਣ ਵਾਲੇ ਵਿਦਵਾਨਾਂ ਦੇ ਮੰਨਣ ਵਿੱਚ ਨਹੀਂ ਆ ਰਹੇ। ਜੇ ਤੁਸੀਂ ਆਪ ਸਮਾਧੀ ਲਾ ਕੇ ਦਿਖਾ ਦਿਓਗੇ ਤਾਂ ਸਾਰੇ ਮੰਨ ਜਾਣਗੇ ਕਿ ਜੋ ਇਹ ਗੁਰੂ ਕਾ ਸਪੁੱਤਰ ਬਚਨ ਕਰ ਰਿਹਾ ਸੱਚੇ ਆਖਦਾ ਹੈ। ਬਿਨ ਦੇਖੇ ਜਾਣਹਿ ਕਹਿ ਕਾਚੀ। ਤੇ ਜੇਕਰ ਤੁਹਾਨੂੰ ਸਮਾਧੀ ਲਗਾਉਂਦਿਆਂ ਨੂੰ ਇਹਨਾਂ ਨੇ ਨਾ ਵੇਖਿਆ ਤਾਂ ਇਹ ਸਭ ਕਹਿਣਗੇ ਕਿ ਜੋ ਇਹਨਾਂ ਨੇ ਬੋਲ ਬਾਣੀ ਆਖੀ ਹੈ ਇਹ ਸੱਚੇ ਬਚਨ ਨਹੀਂ ਕਹੇ। ਸੁਨ ਸ਼੍ਰੀ ਰਾਮ ਰਾਏ ਬਚ ਭਾਖਾ। ਔਰੰਗਜ਼ੇਬ ਤੋਂ ਸੁਣ ਕੇ ਇਸ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਜੇਕਰ ਤੁਮਰੇ ਇਹ ਅਭਿਲਾਖਾ। ਕਿ ਬਾਦਸ਼ਾਹ, ਜੇ ਤੁਹਾਡੇ ਮਨ ਵਿੱਚ ਇਹ ਇੱਛਾ ਹੈ ਕਿ ਸਮਾਧੀ ਲਗਾ ਕੇ ਦਿਖਾ ਦੇਵੇ, ਏਕ ਸਥਾਨ ਦੇਹੋ ਜਹ ਬੈਸੇ। ਤੇ ਇੱਕ ਇਹੋ ਜਿਹਾ ਅਸਥਾਨ ਸਾਨੂੰ ਤੁਸੀਂ ਦੇ ਦਿਓ, ਇਹੋ ਜਿਹਾ ਕੋਈ ਮਕਾਨ ਹੋਵੇ, ਕੋਈ ਕਮਰਾ ਹੋਵੇ ਜਿਸ ਵਿੱਚ ਅਸੀਂ ਬੈਠ ਜਾਈਏ। ਬਰਜਹੁ ਤਹਿ ਨ ਜਾਏ ਕੋ ਕੈਸੇ। ਤੇ ਉੱਥੇ ਲੋਕਾਂ ਨੂੰ ਜਾਣ ਤੋਂ ਰੋਕ ਦਿਓ, ਕੋਈ ਵੀ ਉਸ ਅਸਥਾਨ ਤੇ ਨਾ ਜਾ ਸਕੇ, ਅਸੀਂ ਇਕੱਲੇ ਹੀ ਬੈਠੇ ਰਹੀਏ। ਜਾਵਤ ਰਹਿ ਸਮਾਧ ਲਗਾਈ। ਜਦੋਂ ਤੱਕ ਅਸੀਂ ਸਮਾਧੀ ਲਗਾ ਕੇ ਰੱਖੀਏ, ਨਰ ਬੈਠੇ ਦਰ ਪਰ ਚੁਕਸਾਈ। ਉਹਨਾਂ ਚਿਰ ਤੱਕ ਚੌਕਸੀ ਪਹਿਰੇ ਰੱਖਣ ਵਾਸਤੇ ਉਸ ਮਕਾਨ ਤੋਂ ਬਾਹਰ ਪਹਿਰੇਦਾਰ ਜਿਹੜੇ ਹਨ ਉਹ ਖੜੇ ਰਹਿਣ। ਕਿਉਂ ਸ਼ਬਦ ਨ ਤਿਸ ਥਲ ਜਾਏ। ਤੇ ਉਸ ਥਾਂ ਤੇ ਜਿੱਥੇ ਅਸੀਂ ਸਮਾਧੀ ਲਗਾਈ ਹੋਵੇ ਕਿਸੇ ਦੀ ਪਹੁੰਚ ਨਾ ਹੋਵੇ, ਕਿਸੇ ਵੱਲੋਂ ਆਵਾਜ਼ ਨਾ ਉੱਥੇ ਪਹੁੰਚੇ, ਬਾਹਰ ਕੋਈ ਗੱਲਾਂ ਕਰਦਾ ਹੋਵੇ ਤਾਂ ਉੱਥੇ ਵੀ ਆਵਾਜ਼ ਖੜਾਕਾਰਿਤ ਨਾ ਜਾਵੇ। ਰਹਿ ਇਕੰਤ ਪੌਣ ਠਹਿਰਾਏ। ਤੇ ਅਸੀਂ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ
ਆਪਣੇ ਸਵਾਸ ਚੜਾ ਕੇ ਸਮਾਧੀ ਲਾ ਕੇ ਬੈਠੇ ਰਹਾਂਗੇ। ਸੁਨਤ ਸ਼ਾਹ ਨੇ ਸੁੰਦਰ ਪਹੁਨ। ਬਾਬਾ ਰਾਮ ਰਾਏ ਜੀ ਦੇ ਇਹ ਬਚਨ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਸੁੰਦਰ ਮਕਾਨ ਦਿੱਤਾ ਹੈ ਕਹਿਓ ਨ ਇਸ ਥਲ ਗਮਨਹਿ ਕੌਣ। ਤੇ ਉਸ ਮਕਾਨ ਬਾਰੇ ਦੱਸ ਪਾਈ ਹੈ। ਆਖਿਆ ਕਿ ਆਹ ਥਾਂ ਹੈ ਬਹੁਤ ਸੋਹਣਾ, ਇਸ ਥਾਂ ਦੇ ਵਿੱਚ ਤੁਸੀਂ ਸਮਾਧੀ ਲਗਾ ਸਕਦੇ ਹੋ ਤੇ ਕੋਈ ਵੀ ਇੱਥੇ ਆਵੇਗਾ ਨਹੀਂ। ਤਹਾਂ ਜਾਏ ਕਰ ਕੀਨਸ ਆਸਨ। ਤੇ ਉੱਥੇ ਜਾ ਕੇ ਫਿਰ ਬਾਬਾ ਰਾਮ ਰਾਏ ਜੀ ਨੇ ਉਸ ਮਕਾਨ ਦੇ ਵਿੱਚ ਆਪਣਾ ਆਸਣ ਲਗਾਇਆ ਨੇਤਰ ਮੂੰਦ ਕੈ ਪਿਖ ਪਾਉਨ ਆਸਨ। ਤੇ ਆਪਣੇ ਨੇਤਰ ਬੰਦ ਕਰ ਲਏ ਹੈ, ਆਸਣ ਲਗਾ ਲਿਆ ਹੈ ਸਵਾਸ ਚੜਾਉਣ ਵਾਸਤੇ। ਦਸਵੇਂ ਦਵਾਰ ਪੌਨ ਠਹਿਰਾਈ। ਇਸ ਤਰ੍ਹਾਂ ਸਮਾਧੀ ਲਗਾ ਕੇ ਦਿਖਾਉਣ ਵਾਸਤੇ ਤਿਆਰ ਹੋਏ ਹੈ ਤੇ 10ਵੇਂ ਦਵਾਰ ਦੇ ਵਿੱਚ ਆਪਣੇ ਸਾਹਾਂ ਨੂੰ ਚੜਾ ਲਿਆ ਹੈ। ਲਗੀ ਸਮਾਧ ਅੰਗ ਨਾ ਉਕਸਾਈ। ਤੇ ਐਸੀ ਸਮਾਧੀ ਬਾਬਾ ਰਾਮ ਰਾਏ ਜੀ ਨੇ ਲਗਾਈ ਹੈ ਕਿ ਆਪਣਾ ਮਨ ਵੀ ਸਥਿਤ ਕੀਤਾ ਹੈ, ਟਿਕਾਓ ਵਿੱਚ ਕੀਤਾ ਹੈ ਤੇ ਸਰੀਰ ਵੀ ਪੂਰਾ ਟਿਕਾਇਆ ਹੋਇਆ ਹੈ। ਸਭ ਉਲਮਾਨ ਜਾਏ ਸੋ ਪਰਖਿਓ। ਤੇ ਇਸ ਤਰ੍ਹਾਂ ਜਦੋਂ ਸਮਾਧੀ ਲਗਾ ਲਈ ਹੈ ਤੇ ਜਿਹੜੇ ਬਾਦਸ਼ਾਹ ਦੇ ਉਲਮਾ ਵਿਦਵਾਨ ਨੇ, ਜਿਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ ਕਿਹੋ ਜਿਹੀ ਸਮਾਧੀ ਲਗਾਈ ਜਾ ਸਕਦੀ ਹੈ, ਬਚਨਾਂ ਤੇ ਭਰੋਸਾ ਨਹੀਂ ਸੀ ਕਰਦੇ, ਉਹਨਾਂ ਨੇ ਵੀ ਪਰਖ ਲਿਆ। ਨੌਰੰਗ ਹੇਰ ਅਚਲ ਕੋ ਹਰਖਿਓ। ਤੇ ਅਚਲ ਸਮਾਧੀ ਵਿੱਚ ਬੈਠੇ ਹੋਏ ਬਾਬਾ ਰਾਮ ਰਾਏ ਜੀ ਨੂੰ ਵੇਖ ਕੇ ਔਰੰਗਜ਼ੇਬ ਬਹੁਤ ਖੁਸ਼ ਹੋਇਆ। 5 ਦਿਵਸ ਇੱਕ ਆਸਨ ਰਹੇ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਇੱਕ ਥਾਂ ਤੇ ਆਸਣ ਲਗਾ ਕੇ 5 ਦਿਨ ਤੱਕ ਸਮਾਧੀ ਲਾ ਕੇ ਬੈਠੇ ਰਹੇ। ਲਗੀ ਸਮਾਧ ਜੋਗ ਰਸ ਲਹੇ। ਤੇ ਇਸ ਪ੍ਰਕਾਰ ਯੋਗ ਸਾਧਨਾ ਵਾਲਾ ਜਿਹੜਾ ਰਸ ਹੈ, ਜਾਣੋ ਕਿ ਗੁਰਮਤ ਅਨੁਸਾਰ ਹੀ ਇੱਕ ਥਾਂ ਤੇ ਸਮਾਧੀ ਲਾ ਕੇ ਬੈਠ ਕੇ ਹੀ ਪ੍ਰਾਪਤ ਕਰ ਲਿਆ ਆਨੰਦ। ਦੁਆਸ਼ੀ ਦੇਖ ਦੇਖ ਦੁਖ ਦਾਹੈ। ਤੇ ਜਿਨ੍ਹਾਂ ਨੂੰ ਯਕੀਨ ਨਹੀਂ ਸੀ ਆਉਂਦਾ, ਜਿਹੜੇ ਈਰਖਾਲੂ ਹਨ, ਉਹ ਸਮਾਧੀ ਲਾ ਕੇ ਬੈਠੇ ਹੋਏ ਬਾਬਾ ਰਾਮ ਰਾਏ ਜੀ ਨੂੰ ਵੇਖ ਕੇ ਬਹੁਤੇ ਹੀ ਦੁੱਖ ਦੀ ਅੱਗ ਵਿੱਚ ਸੜਦੇ ਨੇ। ਭਾ ਮਿੱਤਰਨ ਕੇ ਆਨੰਦ ਉਛਾਹੈ। ਤੇ ਜਿਹੜੇ ਮਿੱਤਰਾਈ ਵਾਲੇ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਬਾਬਾ ਰਾਮ ਰਾਏ ਜੀ ਪ੍ਰਤੀ ਪ੍ਰੇਮ ਹੈ, ਉਹਨਾਂ ਦੇ ਮਨ ਵਿੱਚ ਬਹੁਤਾ ਉਤਸ਼ਾਹ ਹੋਇਆ। ਖਸ਼ਟਮ ਬਾਸੁਰ ਬਿਕਸੇ ਨੈਣ। ਬਹੁਤ ਉਹਨਾਂ ਨੂੰ ਖੁਸ਼ੀ ਹੋਈ ਹੈ। ਜਦੋਂ 5 ਦਿਨ ਬਤੀਤ ਹੋ ਗਏ ਹੈ, ਫਿਰ ਬਾਬਾ ਰਾਮ ਰਾਏ ਜੀ ਸਮਾਧੀ ਤੋਂ ਉੱਠੇ ਹਨ, ਆਪਣੇ ਨੇਤਰ ਖੋਲ ਕੇ। ਨਿਕਸੇ ਤਿਆਗਿਓ ਸ਼ਾਹ ਜੋ ਐਨ। ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਘਰ ਹੈ, ਜਿਸ ਥਾਂ ਤੇ ਨਿਵਾਸ ਕਰਕੇ ਸਮਾਧੀ ਲਾ ਕੇ 5 ਦਿਨ ਬੈਠੇ ਰਹੇ, ਉੱਥੋਂ ਫਿਰ ਉੱਠੇ ਹਨ 6ਵੇਂ ਦਿਨ। ਨਿਜ ਡੇਰੇ ਮਹਿ ਆਨ ਬਿਰਾਜੇ। ਤੇ ਆਪਣਾ ਜਿੱਥੇ ਡੇਰਾ ਲਗਾਇਆ ਹੋਇਆ ਹੈ ਬਾਬਾ ਰਾਮ ਰਾਏ ਜੀ ਨੇ, ਮਜਨੂ ਦੇ ਟਿੱਲੇ ਵਾਲੇ ਅਸਥਾਨ ਤੇ ਆਣ ਕੇ ਸੁਸ਼ੋਭਿਤ ਹੋਏ। ਉੱਥੇ ਮੰਦਮਤੀ ਦ્વੈਸ਼ੀ ਗਨ ਲਾਜੇ। ਜਿਹੜੇ ਮੰਦੀ ਮਤ ਵਾਲੇ ਬਹੁਤ ਸਾਰੇ ਈਰਖਾਲੂ ਲੋਕ ਹਨ, ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੋਈ। ਪੁਨ ਇੱਕ ਦਿਨ ਚੜ੍ਹ ਨੌ ਰੰਗ ਚਲਿਓ। ਤੇ ਫਿਰ ਇੱਕ ਹੋਰ ਦਿਨ ਦੀ ਵਾਰਤਾ ਸੁਣੋ ਕਿ ਜੋ ਔਰੰਗਜ਼ੇਬ ਬਾਦਸ਼ਾਹ ਹੈ, ਉਹ ਘੋੜੇ ਤੇ ਸਵਾਰ ਹੋ ਕੇ ਬਾਹਰ ਜਮਨਾ ਨਦੀ ਵੱਲ ਨੂੰ ਜਦੋਂ ਜਾਣ ਲੱਗਿਆ, ਅਸ ਅਰੂਢ ਹੋਇ ਗੁਰ ਸੁਤ ਮਿਲਿਓ। ਤੇ ਆਪਣੇ ਘੋੜੇ ਤੇ ਸਵਾਰ ਹੋਇਆ ਤੇ ਨਾਲ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਵੀ ਆਪਣੇ ਕੋਲ ਸੱਦਿਆ ਹੈ ਇਸਨੇ। ਅਦਿਕ ਸਮਾਜ ਸੰਗ ਨਹਿ ਲੀਨਹੁ। ਤੇ ਇਕੱਲੇ ਬਾਬਾ ਰਾਮ ਰਾਏ ਜੀ ਨੂੰ ਨਾਲ ਲਿਆ ਹੈ ਤੇ ਹੋਰ ਜੋ ਫੌਜਾਂ ਦਾ ਸਮਾਜ ਹੈ, ਉਹਨਾਂ ਨੂੰ ਨਾਲ ਨਹੀਂ ਲਿਆ। ਦੋਨੋਂ ਵਹਿਰ ਪਿਆਨਹੁ ਕੀਨਹੁ। ਬਾਦਸ਼ਾਹ ਤੇ ਗੁਰੂ ਕੇ ਸਾਹਿਬਜ਼ਾਦਾ ਜੀ ਦੋਵੇਂ ਹੀ ਚੱਲ ਪਏ ਹਨ ਬਾਹਰ ਵਿਚਰਨ ਵਾਸਤੇ। ਚੜੇ ਤੁਰੰਗਨ ਵਹਿਰ ਪਲਾਵੈ। ਤੇ ਘੋੜਿਆਂ ਤੇ ਸਵਾਰ ਹੋ ਕੇ ਬਾਹਰ ਘੋੜਿਆਂ ਨੂੰ ਕੁਦਾਉਂਦੇ ਹੋਏ ਜਾਣ ਲੱਗ ਪਏ ਹਨ। ਕਰਹਿ ਤੇਜ ਅਰ ਤੁੰਗ ਕੁਦਾਵਹਿ। ਆਪਣੇ ਘੋੜਿਆਂ ਨੂੰ ਤੇਜ਼ ਰਫ਼ਤਾਰ ਵਿੱਚ ਕਰਦੇ ਕੁਦਾਉਂਦੇ ਹੋਏ ਜਾਂਦੇ। ਬਾਤਨ ਕੇ ਰਸ ਟਲੇ ਮਹਾਨੇ। ਬਾਤਨ ਕੇ ਰਸ ਟਲੇ ਮਹਾਨੇ। ਬਾਤਨ ਕੇ ਰਸ ਢਲੇ ਮਹਾਨੇ, ਬਹੁਤੇ ਹੀ ਗੱਲਬਾਤ ਦੇ ਰਸਾਂ ਵਿੱਚ, ਆਨੰਦ ਵਿੱਚ ਹੀ ਸੋ ਮਸਤ ਹੋਏ ਹਨ, ਬਚਨ ਵਿਲਾਸ ਕਰਨ ਵਿੱਚ। ਬਿਨ ਜਾਣੇ ਹੀ ਦੂਰ ਪਿਆਨੇ। ਜਾਣੋ ਕਿ ਬਿਨਾਂ ਜਾਣੇ ਇਹਨਾਂ ਨੇ ਵਿਚਾਰਿਆ ਵੀ ਨਹੀਂ ਹੈ,
ਬਾਦਸ਼ਾਹ ਨੇ ਵੀ ਨਹੀਂ ਸੋਚਿਆ ਕਿ ਕਿੱਥੋਂ ਕੁ ਤੱਕ ਜਾਣਾ ਹੈ। ਤੇ ਬਾਬਾ ਰਾਮ ਰਾਏ ਜੀ ਤਾਂ ਪਹਿਲਾਂ ਹੀ ਬੇਪਰਵਾਹ ਹਨ, ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਕੋਈ ਚਿੰਤਾ ਨਹੀਂ ਹੈ ਕਿਸੇ ਪ੍ਰਕਾਰ ਦੀ। ਸੋ ਇਸ ਪ੍ਰਕਾਰ ਬਾਦਸ਼ਾਹ ਦੇ ਨਾਲ ਚੱਲਦੇ ਹੋਏ ਜਾ ਰਹੇ ਹਨ। ਜਮਨਾ ਤੀਰ ਤੀਰ ਚਲ ਗਏ। ਦੂਰ ਤੱਕ ਚੱਲ ਕੇ ਪਹੁੰਚੇ ਹੈ ਤੇ ਜਮਨਾ ਨਦੀ ਦੇ ਕਿਨਾਰੇ ਕਿਨਾਰੇ ਤੇ ਚੱਲਦੇ ਹੋਏ ਜਾ ਰਹੇ। ਰੁਚਰ ਸਥਾਨ ਬਿਲੋਕਤ ਭਏ। ਤੇ ਇੱਕ ਸੋਹਣਾ ਅਸਥਾਨ ਜਮਨਾ ਨਦੀ ਦੇ ਕਿਨਾਰੇ ਇਹਨਾਂ ਨੇ ਵੇਖਿਆ। ਬਹੁਰ ਸ਼ਾਹ ਨੇ ਤੁਰਾ ਪਲਾਇਓ। ਤੇ ਫਿਰ ਜਮਨਾ ਨਦੀ ਦੇ ਨੇੜੇ ਹੀ ਔਰੰਗਜ਼ੇਬ ਨੇ ਆਪਣੇ ਘੋੜੇ ਨੂੰ ਭਜਾਇਆ ਹੈ ਵੇਗ ਸਮੀਰ ਸਮਾਨ ਧਵਾਇਓ। ਤੇ ਬਹੁਤ ਹੀ ਤੇਜ਼ ਦੌੜਾਇਆ ਹੈ ਆਪਣੇ ਘੋੜੇ ਨੂੰ, ਜਿਸ ਤੇ ਸਵਾਰੀ ਕੀਤੀ ਹੋਈ ਹੈ ਔਰੰਗਜ਼ੇਬ ਨੇ, ਜਾਣੋ ਕਿ ਤੇਜ਼ ਹਵਾ ਵਾਂਗ ਹੀ ਤੇਜ਼ ਕੀਤਾ। ਬਲੀ ਵਿਸਾਲ ਕਰਿਓ ਬਲ ਘੋਰੇ। ਤੇ ਜਿਹੜਾ ਇਸ ਦਾ ਘੋੜਾ ਹੈ ਤੇ ਬਹੁਤਾ ਹੀ ਬਲ ਵਾਲਾ ਹੈ, ਇਸ ਨੇ ਬਹੁਤਾ ਹੀ ਆਪਣਾ ਬਲ ਦਿਖਾਇਆ। ਰੋਕ ਰਹਿਓ ਬਹੁ ਮੁਰਿਓ ਨ ਮੋਰੇ। ਔਰੰਗਜ਼ੇਬ ਆਪਣੇ ਘੋੜੇ ਨੂੰ ਰੋਕਦਾ ਰਿਹਾ, ਪਰ ਮੋੜਦਿਆਂ ਹੋਇਆਂ ਇਹ ਘੋੜਾ ਇਸ ਦਾ ਮੁੜਦਾ ਨਹੀਂ। ਸ਼ਾਹ ਬੇਬਸ ਹੋਏ ਚੜਿਓ ਸੁਜਾਵਤ। ਤੇ ਉੱਤੇ ਸਵਾਰ ਹੋਇਆ ਇਹ ਔਰੰਗਜ਼ੇਬ ਜੋ ਬਾਦਸ਼ਾਹ ਬਣਿਆ, ਸੋ ਇਹ ਜਾ ਰਿਹਾ ਹੈ, ਪਰ ਇਹ ਲਾਚਾਰ ਹੈ, ਇਸ ਦਾ ਵਸ ਨਹੀਂ ਚੱਲਦਾ ਘੋੜੇ ਨੂੰ ਰੋਕਣ ਵਾਸਤੇ। ਕਰ ਉਪਾਏ ਐਂਚਤ ਉਤਲਾਵਤ। ਤੇ ਬੜਾ ਯਤਨ ਕਰਦਾ ਹੈ, ਜ਼ੋਰ ਨਾਲ ਕਾਹਲੀ ਨਾਲ ਖਿੱਚਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਦੇ ਪਾਸੋਂ ਘੋੜਾ ਰੋਕਿਆ ਨਹੀਂ ਜਾਂਦਾ। ਇਤਨੇ ਮਹਿ ਜਮਨਾ ਜਲ ਆਵਾ। ਤੇ ਇਹਨੇ ਨੂੰ ਚਲਦਿਆਂ ਹੋਇਆਂ ਪਹਿਲਾਂ ਤਾਂ ਥੋੜੇ ਹਟਵੇਂ ਜਾ ਰਹੇ ਸਨ, ਤਾਂ ਜਮਨਾ ਨਦੀ ਦੇ ਪਾਸ ਬਹੁਤਾ ਨੇੜੇ ਜਦੋਂ ਪਹੁੰਚ ਗਏ ਹਨ। ਰੁਕਿਓ ਨ ਕੈਸਹੋ ਸਮੁਖ ਪਲਾਵਾ। ਤੇ ਜਮਨਾ ਨਦੀ ਦਾ ਜਿੱਥੇ ਪਾਣੀ ਆ ਗਿਆ ਤੇ ਸਾਹਮਣੇ ਹੋ ਕੇ ਨਦੀ ਦੇ ਵਿੱਚ ਹੀ ਛਾਲ ਲਗਾ ਕੇ ਔਰੰਗਜ਼ੇਬ ਦਾ ਘੋੜਾ ਵਿੱਚ ਹੀ ਜਾਣ ਲੱਗ ਪਿਆ ਸਾਹਮਣੇ ਹੋ ਕੇ। ਤਰਸਤ ਹੋਏ ਰੋਕਤ ਬਹੁ ਸ਼ਾਹੂ। ਭੱਜਦਾ ਹੋਇਆ ਪਾਣੀ ਦੇ ਵਿੱਚ ਜਾ ਪ੍ਰਵੇਸ਼ ਹੋਇਆ ਹੈ। ਔਰੰਗਜ਼ੇਬ ਡਰਦਾ ਹੈ, ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਗਇਓ ਓਜ ਕਰ ਸਲਤਾ ਮਾਹੂ। ਪਰ ਆਪਣਾ ਬਲ ਲਗਾ ਕੇ ਇਸ ਦਾ ਘੋੜਾ ਇਸ ਨੂੰ ਆਪਣੇ ਉੱਪਰ ਸਵਾਰ ਕਰਕੇ ਨਦੀ ਦੇ ਜਲ ਵਿੱਚ ਲੈ ਗਿਆ। ਪਰ ਵਿਸ਼ਿਓ ਅਸ ਕੋ ਬਸ ਨ ਬਸਾਇਓ। ਤੇ ਐਸਾ ਇਹ ਘੋੜਾ ਇਸ ਤਰ੍ਹਾਂ ਪ੍ਰਵੇਸ਼ ਹੋ ਗਿਆ ਪਾਣੀ ਦੇ ਵਿੱਚ ਕਿ ਕੋਈ ਵੀ ਬਾਦਸ਼ਾਹ ਦਾ ਜ਼ੋਰ ਨਹੀਂ ਚੱਲਿਆ ਇਸ ਨੂੰ ਰੋਕਣ ਵਾਸਤੇ। ਰੁਕਿਓ ਜਾਏ ਜਲ ਮਹਿ ਨਾ ਪਲਾਇਓ। ਤੇ ਜਲ ਵਿੱਚ ਜਾ ਕੇ ਬਹੁਤਾ ਅੰਦਰ ਪ੍ਰਵੇਸ਼ ਹੋ ਕੇ ਨਦੀ ਦੇ ਵਿੱਚ ਉੱਥੇ ਜਾ ਰੁਕ ਗਿਆ ਤੇ ਫਿਰ ਅੱਗੇ ਨੂੰ ਭੱਜਿਆ ਨਹੀਂ। ਸਕਲ ਸਮਾਜ ਭੀਜ ਕਰ ਗਇਓ। ਤੇ ਇਸ ਤਰ੍ਹਾਂ ਜਦੋਂ ਜਲ ਵਿੱਚ ਜਾ ਪ੍ਰਵੇਸ਼ ਹੋ ਕੇ ਖਲੋਤਾ ਹੈ ਔਰੰਗਜ਼ੇਬ ਦਾ ਘੋੜਾ, ਤੇ ਇਸ ਦਾ ਜਿੰਨਾ ਵੀ ਸਾਜੋ ਸਮਾਨ ਹੈ, ਇਸ ਦੇ ਵਸਤਰ ਸ਼ਸਤਰ ਆਦਿ ਹਨ, ਸਭ ਭਿੱਜ ਗਏ। ਸ਼ਸਤਰ ਬਸਤਰ ਕਛ ਬਚਤ ਨ ਭਇਓ। ਸ਼ਸਤਰ ਬਸਤਰ ਇਸ ਦੇ ਭਿੱਜਣੋਂ ਬਚੇ ਨਹੀਂ ਹਨ। ਬਹੁਤ ਮੋਲ ਕੋ ਜ਼ੀਨ ਬਿਗਾਰਾ। ਤੇ ਬਹੁਤੇ ਮੁੱਲ ਵਾਲੀ ਕਾਠੀ ਦਾ ਵੀ ਇਸ ਨੂੰ ਫਿਕਰ ਪੈ ਗਿਆ ਕਿ ਘੋੜੇ ਉੱਪਰ ਜੋ ਕਾਠੀ ਪਈ ਜਿਸ ਤੇ ਮੈਂ ਸਵਾਰੀ ਕੀਤੀ ਹੋਈ ਹੈ, ਇਹ ਵੀ ਭਿੱਜ ਗਈ ਹੈ। ਇੱਕ ਵਿਰ ਜਲ ਨਿਮਗਨ ਕਰ ਸਾਰਾ। ਨਿਮਗਨ ਕਰ ਸਾਰਾ, ਇੱਕੋ ਵਾਰ ਹੀ ਜਲ ਦੇ ਵਿੱਚ ਲੀਨ ਹੋ ਗਿਆ ਹੈ। ਪਹਿਲਾਂ ਜਲ ਵਿੱਚ ਜਾ ਕੇ ਪ੍ਰਵੇਸ਼ ਹੋਇਆ ਹੈ, ਤਾਂ ਘੋੜਾ ਜੋ ਹੈ ਇਸ ਸਵਾਰ ਨੂੰ ਔਰੰਗਜ਼ੇਬ ਨੂੰ ਲੈ ਕੇ ਪਹਿਲਾਂ ਡੁੱਬ ਗਿਆ। ਬਹੁ ਬਲ ਤੇ ਬਾਹਰ ਨਿਕਸਾਇਓ। ਜਲ ਵਿੱਚ ਹੀ ਸਾਰਾ ਪ੍ਰਵੇਸ਼ ਹੋਇਆ ਹੈ, ਫਿਰ ਬਹੁਤਾ ਆਪਣਾ ਬਲ ਲਗਾ ਕੇ ਔਰੰਗਜ਼ੇਬ ਨੇ ਇਸ ਨੂੰ ਮੋੜ ਕੇ ਜਲ ਤੋਂ ਨਦੀ ਵਿੱਚੋਂ ਬਾਹਰ ਕੱਢਿਆ ਹੈ। ਤਬ ਸ਼੍ਰੀ ਰਾਮ ਰਾਏ ਟਿਗ ਆਇਓ। ਤੇ ਇਸ ਤਰ੍ਹਾਂ ਮਸਾਂ ਹੀ ਘੋੜੇ ਨੂੰ ਬੜੇ ਬਲ ਦੇ ਨਾਲ ਜਮਨਾ ਨਦੀ ਦੇ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਤੇ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦੇ ਪਾਸ ਆਇਆ ਹੈ। ਚੱਕਰਤ ਚਿਤ ਪੈ ਕਰ ਬਚ ਭਾਖਿਓ। ਤੇ ਬਹੁਤਾ ਹੀ ਚਿੱਤ ਵਿੱਚ ਹੈਰਾਨ ਹੋ ਕੇ ਬਹੁਤਾ ਡਰ ਕੇ ਔਰੰਗਜ਼ੇਬ ਹੁਣ ਕਹਿੰਦਾ ਹੈ, ਆਜ ਖੁਦਾਏ ਹਾਥ ਦੇ ਰਾਖਿਓ। ਕਹਿੰਦਾ ਹੈ ਕਿ ਗੁਰੂ ਕੇ ਸਾਹਿਬਜ਼ਾਦਾ ਜੀ, ਅੱਜ ਤਾਂ ਮੈਨੂੰ ਅੱਲਾ ਖੁਦਾ ਨੇ ਹੀ ਆਪ ਮਿਹਰ ਭਰਿਆ ਹੱਥ ਦੇ ਕੇ ਹੀ ਬਚਾ ਲਿਆ। ਨਾਹਿ ਤਜਾਤ ਜੇ ਵੱਡ ਜਲ ਤੇ ਮਾਹੀ। ਜੇਕਰ ਪਰਮੇਸ਼ਰ ਨਾ ਮੇਰੀ ਸਹਾਇਤਾ ਕਰਦਾ
ਤਾਂ ਮੈਂ ਬਹੁਤੇ ਪਾਣੀ ਦੇ ਵਿੱਚ ਜਦੋਂ ਜਾ ਪ੍ਰਵੇਸ਼ ਹੁੰਦਾ ਘੋੜੇ ਸਹਿਤ, ਤਹਾਂ ਉਬਾਰ ਹੋਤ ਕਿਮ ਨਾਹੀ। ਘੋੜਾ ਜੇ ਕਿਤੇ ਮੈਨੂੰ ਬਹੁਤੇ ਡੂੰਘੇ ਪਾਣੀ ਵਿੱਚ ਲੈ ਜਾਂਦਾ ਤੇ ਫਿਰ ਮੇਰਾ ਬਚਾ ਨਹੀਂ ਸੀ ਹੋਣਾ। ਵੱਡੇ ਓਜ ਤੇ ਰੁਕ ਅਸ ਰਹਿਓ। ਤੇ ਬੜੇ ਹੀ ਬਲ ਦੇ ਨਾਲ ਮੈਂ ਘੋੜੇ ਨੂੰ ਰੋਕਿਆ, ਤਾਂ ਹੀ ਰੁਕਿਆ ਹੈ। ਹੋਤ ਪ੍ਰਵੇਸ਼ ਤਰਾਸ ਬਹੁ ਲਹਿਓ। ਤੇ ਜਦੋਂ ਜਲ ਦੇ ਵਿੱਚ ਅੰਦਰ ਜਾ ਪ੍ਰਵੇਸ਼ ਹੋਈ ਜਾਂਦਾ ਸੀ, ਅੱਗੇ ਤੁਰਿਆ ਜਾਂਦਾ ਸੀ, ਤਾਂ ਮੈਨੂੰ ਬਹੁਤਾ ਡਰ ਆਇਆ ਸਭ ਕਿਛ ਜਲ ਕੇ ਵਿਖੇ ਭਿਗੋਵਾ। ਤੇ ਬਹੁਤ ਡਰ ਲੱਗਿਆ ਮੈਨੂੰ। ਜਦੋਂ ਜਲ ਵਿੱਚ ਪ੍ਰਵੇਸ਼ ਹੋਇਆ ਘੋੜਾ ਮੈਨੂੰ ਲੈ ਕੇ, ਤਾਂ ਫਿਰ ਸਭ ਸ਼ਸਤਰ ਬਸਤਰ ਆਦਿਕ ਕਾਠੀ ਸਮੇਤ ਸਭ ਭਿੱਜ ਗਏ। ਆਗੇ ਮੈਂ ਨ ਤਰਾਸ ਅਸ ਜੋਵਾ। ਤੇ ਪਹਿਲਾਂ ਕਦੇ ਇਹੋ ਜਿਹਾ ਡਰ ਮੈਂ ਕਦੀ ਵੇਖਿਆ ਨਹੀਂ, ਇਹਨਾਂ ਭੈ ਭੀਤ ਮੈਨੂੰ ਨਹੀਂ ਹੋਣਾ ਪਿਆ। ਤਰਾਸ ਨਹੀਂ ਮੁਝ ਅਪਰ ਸਥਲ ਤੇ ਤੇ। ਹੋਰ ਕਿਸੇ ਥਾਂ ਤੇ ਜਦੋਂ ਮੈਂ ਘੋੜੇ ਦੀ ਸਵਾਰੀ ਕਰਕੇ ਇੱਧਰ ਉੱਧਰ ਜਾਂਦਾ, ਫਿਰ ਤਾਂ ਮੈਨੂੰ ਕਦੇ ਡਰ ਨਹੀਂ ਲੱਗਿਆ। ਸ਼ੰਕਤ ਚਿਤ ਪਾ ਪ੍ਰਵਸ਼ਿਤ ਜਲ ਤੇ। ਜਦੋਂ ਜਲ ਦੇ ਵਿੱਚ ਲੈ ਕੇ ਇਹ ਘੋੜਾ ਮੈਨੂੰ ਪ੍ਰਵੇਸ਼ ਹੋਇਆ, ਤਾਂ ਹੀ ਬਹੁਤ ਡਰ ਲੱਗਿਆ ਹੈ। ਤੁਮ ਅਬ ਕਿਰਪਾ ਕਰੋ ਨਿਜ ਐਸੇ। ਗੁਰੂ ਕੇ ਸੁਪੁੱਤਰ ਜੀ, ਹੁਣ ਤੁਸੀਂ ਆਪਣੀ ਕਿਰਪਾ ਕਰੋ ਇਸ ਪ੍ਰਕਾਰ, ਭੈ ਨਹਿ ਕਰਬ ਨੀਰ ਤੇ ਜੈਸੇ। ਜਿਸ ਕਰਕੇ ਮੈਨੂੰ ਭਾਵੇਂ ਮੈਂ ਘੋੜੇ ਤੇ ਸਵਾਰ ਹੋ ਕੇ ਵੀ ਨਦੀ ਵਿੱਚ ਵੀ ਪ੍ਰਵੇਸ਼ ਹੋ ਜਾਵਾਂ, ਤਾਂ ਵੀ ਡਰ ਨਾ ਲੱਗਿਆ ਕਰੇ। ਅਸ ਅਸ ਕੋ ਦੀਜਹਿ ਕਰ ਜਤਨ। ਤੇ ਇਹੋ ਜਿਹਾ ਘੋੜਾ ਮੈਨੂੰ ਆਪ ਯਤਨ ਕਰਕੇ ਉਪਰਾਲਾ ਕਰਕੇ ਦਿਵਾ ਦਿਓ। ਅਤ ਗੁਣ ਸਹਿਤ ਹੋਏ ਜਿਮ ਰਤਨ। ਤੇ ਜਿਸ ਤਰ੍ਹਾਂ ਕਿ ਰਤਨ ਕੱਢੇ ਜਾਂਦੇ ਐ ਬਹੁਤ ਵਡਮੁੱਲੇ, ਸਮੁੰਦਰ ਵਿੱਚੋਂ ਸਾਗਰ ਵਿੱਚੋਂ ਕੱਢੇ ਪ੍ਰਗਟ ਹੋ ਗਏ, ਇਸ ਪ੍ਰਕਾਰ ਮੈਨੂੰ ਰਤਨ ਵਾਂਗ ਐਸਾ ਸੁੰਦਰ ਕੀਮਤੀ ਘੋੜਾ ਕੱਢ ਕੇ ਦੇ ਦਿਓ। ਜੋ ਜਲ ਪਰ ਤਰ ਜਾਹੇ ਸੁਖਾਰੇ। ਤੇ ਆਪ ਕਿਰਪਾ ਕਰੋ, ਇਹੋ ਜਿਹਾ ਘੋੜਾ ਬਖਸ਼ ਦਿਓ ਜਿਹੜਾ ਕਿ ਜਲ ਦੇ ਉੱਪਰ ਸੁਖਾਲਾ ਹੀ ਤਰ ਕੇ ਲੈ ਜਾਵੇ ਮੈਨੂੰ। ਨਹਿ ਪੀਜਹਿ ਉਪਰ ਅਸਵਾਰੇ। ਜਿਹੜਾ ਉੱਪਰ ਬੈਠਾ ਹੋਇਆ ਅਸਵਾਰ ਹੈ, ਉਸ ਨੂੰ ਵੀ ਭਿੱਜਣ ਨਾ ਦੇਵੇ, ਇਹੋ ਜਿਹਾ ਸ੍ਰੇਸ਼ਟ ਘੋੜਾ ਹੋਵੇ, ਉਹ ਦਿਵਾ ਦਿਓ ਮੈਨੂੰ। ਸ਼ੁਸ਼ਕ ਸਮਾਜ ਰਾਖ ਕੈ ਬਾਜ। ਤੇ ਜਿਹੜਾ ਐਸਾ ਘੋੜਾ ਹੋਵੇ ਜਿਹੜਾ ਸਾਰਾ ਸਾਜੋ ਸਮਾਨ ਤੇ ਆਪਣਾ ਅਸਵਾਰ ਵੀ ਸੁੱਕਾ ਹੀ ਰੱਖੇ, ਅਸਵਾਰ ਨੂੰ ਭਿੱਜਣ ਨਾ ਦੇ। ਚਲਹਿ ਨਦੀ ਪਰ ਦੇਹੋ ਅਸ ਸਾਜ। ਤੇ ਨਦੀ ਦੇ ਉੱਪਰ ਸੁਖਾਲਾ ਹੀ ਤਰਦਾ ਜਾਵੇ, ਤੇ ਇਹੋ ਜਿਹਾ ਘੋੜਾ ਸਜਾ ਕੇ ਪ੍ਰਗਟ ਕਰਕੇ ਮੈਨੂੰ ਤੁਸੀਂ ਦੇ ਦਿਓ। ਤੁਮਹਿ ਨ ਦੁਰਲਭ ਇਹ ਕਛ ਜਾਨਾ। ਤੇ ਗੁਰੂ ਕੇ ਸੁਪੁੱਤਰ ਜੀ, ਇਹੋ ਜਿਹਾ ਸੁੰਦਰ ਘੋੜਾ ਜੇ ਤੁਸੀਂ ਦੇਣਾ ਹੋਵੇ ਤਾਂ ਦੇ ਸਕਦੇ ਹੋ ਮੈਨੂੰ। ਤੁਹਾਡੇ ਵਾਸਤੇ ਕੋਈ ਵੀ ਚੀਜ਼ ਜੋ ਪ੍ਰਗਟ ਕਰਕੇ ਦੇਣੀ ਦੁਰਲਭ ਨਹੀਂ ਹੈ, ਮੈਂ ਇਸ ਤਰ੍ਹਾਂ ਸਮਝਦਾ ਹਾਂ। ਹੋਏ ਪ੍ਰਾਪਤ ਮੁਝ ਕਹੋ ਬਖਾਨਾ। ਤੇ ਆਪ ਜੀ ਜੇਕਰ ਬਚਨ ਕਰਦੇ ਹੋ ਤਾਂ ਮੈਨੂੰ ਐਸਾ ਦਰਿਆਈ ਘੋੜਾ ਮਿਲ ਸਕੇਗਾ। ਐਸੀ ਕੁਛ ਨ ਲਖੋ ਜਗ ਮਾਹੀ। ਜਗਤ ਵਿੱਚ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਸਮਝਦਾ ਮੈਂ ਕਿ ਜਿਹੜੀ ਤੁਹਾਡੇ ਕੋਲੋਂ ਨਾ ਮਿਲ ਸਕੇ। ਕਹੇ ਆਪ ਕੇ ਹੋਏ ਜੇ ਨਾਹੀ। ਆਪ ਜੀ ਦੇ ਵਚਨ ਦੁਆਰਾ ਜਿਹੜੀ ਪ੍ਰਗਟ ਨਾ ਹੋ ਜਾਵੇ, ਜਿਹੜੀ ਵਸਤੂ ਨਾ ਮਿਲ ਸਕੇ, ਐਸੀ ਕੋਈ ਜਗ ਵਿੱਚ ਚੀਜ਼ ਨਹੀਂ ਹੈ। ਅਸ ਨਿਸਚੈ ਮੇਰੇ ਮਨ ਮਹਾ। ਇਸ ਤਰ੍ਹਾਂ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਹੈ ਕਿ ਮੇਰੇ ਮਨ ਦੇ ਵਿੱਚ ਤੁਹਾਡੇ ਉੱਪਰ ਭਰੋਸਾ ਹੈ, ਕਿਉਂਕਿ ਬਹੁਤੀ ਸ਼ਕਤੀਆਂ ਪਹਿਲਾਂ ਵੀ ਕਈ ਵਾਰ ਤੁਹਾਡੀਆਂ ਮੈਂ ਵੇਖੀਆਂ, ਕੁਝ ਦਾ ਕੁਝ ਕਰਕੇ ਬਣਾ ਕੇ ਤੁਸੀਂ ਮੈਨੂੰ ਦਿਖਾ ਦਿੰਦੇ ਹੋ। ਪਤਿਆਵਨ ਕੀਨਸ ਜਹ ਕਹਾਂ। ਜਿੱਥੇ ਕਿਤੇ ਵੀ ਪਹਿਲਾਂ ਬੜੀ ਵਾਰ ਤੁਹਾਡੇ ਵੱਲੋਂ ਕਰਾਮਾਤਾਂ ਦੁਆਰਾ ਕੁਝ ਦਾ ਕੁਝ ਬਣਾ ਕੇ ਤੁਸੀਂ ਵਿਖਾਉਂਦੇ ਰਹੇ, ਤੇ ਉਹ ਮੈਂ ਵੇਖਦਾ ਰਿਹਾ ਹਾਂ। ਸੁਨ ਸ਼੍ਰੀ ਰਾਮ ਰਾਏ ਹਰ ਖਾਏ। ਕਈ ਵਾਰ ਮੈਂ ਭਰੋਸਾ ਕੀਤਾ ਏ, ਪਤਿਆ ਕੇ ਵੇਖ ਲਿਆ ਏ, ਪਰਖ ਕੇ ਵੀ ਵੇਖ ਲਿਆ। ਤੇ ਇਸ ਤਰ੍ਹਾਂ ਔਰੰਗਜ਼ੇਬ ਦੇ ਬੋਲ ਜਦੋਂ ਸੁਣੇ ਨੇ ਤਾਂ ਬਾਬਾ ਰਾਮ ਰਾਏ ਜੀ ਬਹੁਤ ਖੁਸ਼ ਹੋਏ। ਕਹਿਓ ਜੇ ਸ਼ਰਧਾ ਇਮ ਉਪਜਾਏ। ਕਹਿੰਦੇ ਹਨ, ਬਾਦਸ਼ਾਹ ਜੇਕਰ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਸ਼ਰਧਾ ਪੈਦਾ ਹੋਈ ਹੈ ਸਾਡੇ ਤਾਈਂ, ਤੋ ਤੁਰੰਗ ਪਾਵੋ ਦਰਿਆਈ। ਤਾਂ ਤੂੰ ਹੁਣੇ ਹੀ ਛੇਤੀ ਦਰਿਆਈ ਘੋੜਾ ਪ੍ਰਾਪਤ ਕਰ ਲਵੇਂਗਾ। ਤਰਹਿ ਨਦੀ ਜਲ ਛੈ ਨ ਸਕਾਈ। ਜਿਹੜਾ ਨਦੀ ਦੇ ਉੱਪਰ ਇਸ ਤਰ੍ਹਾਂ ਤਰਦਾ ਜਾਵੇਗਾ ਕਿ ਆਪਣੇ ਸਵਾਰ ਨੂੰ ਵੀ ਉਹ ਭਿੱਜਣ ਨਹੀਂ ਦੇਵੇਗਾ, ਜਲ ਨਹੀਂ ਛੋ ਸਕੇਗਾ। ਵਰਨਪੁਰੀ ਕੋ ਬਲੀ ਵਿਸਾਲ। ਤੇ ਜਿਵੇਂ ਕਿ ਵਰਨਪੁਰੀ ਦਾ ਹੀ ਉਹ ਬਲਵਾਨ ਘੋੜਾ ਹੋਵੇਗਾ, ਜਿਵੇਂ ਜਾਣੋ ਕਿ ਵਰਣ ਦੇਵਤੇ ਦੀ ਪੁਰੀ ਦੇ ਵਿੱਚੋਂ ਹੀ ਉਹ ਪ੍ਰਗਟ ਹੋਇਆ ਹੋਵੇਗਾ।
ਅਸ ਤੁਰੰਗ ਨਿਕ ਸੋ ਤਤਕਾਲ। ਤੇ ਇਸ ਤਰ੍ਹਾਂ ਬਚਨ ਆਖਿਆ ਹੈ ਕਿ ਇਹੋ ਜਿਹਾ ਜੋ ਘੋੜਾ ਹੈ ਵਰਣਪੁਰੀ ਵਾਲਾ ਹੀ ਜਾਣ ਹੋਵੇ, ਸੋ ਦਰਿਆਈ ਘੋੜਾ ਐਸਾ ਪ੍ਰਗਟ ਹੋ ਜਾਵੇ, ਛੇਤੀ ਨਿਕਲ ਆਵੇ। ਸਲਤਾ ਜਲ ਤੇ ਆਵਹੁ ਬਾਹਰ। ਐਸਾ ਬਚਨ ਬਾਬਾ ਰਾਮ ਰਾਏ ਜੀ ਕਰ ਰਹੇ ਹਨ। ਐ ਦਰਿਆਈ ਘੋੜੇ, ਤੂੰ ਨਦੀ ਦੇ ਜਲ ਦੇ ਵਿੱਚੋਂ ਬਾਹਰ ਆ ਜਾ, ਪ੍ਰਗਟ ਹੋ ਜਾ। ਸ਼ਾਹ ਚੜਾਵਹੁ ਹੋਏ ਕਰ ਜ਼ਾਹਰ। ਨਦੀ ਦੇ ਵਿੱਚੋਂ ਬਾਹਰ ਆਣ ਕੇ ਪ੍ਰਗਟ ਹੋ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਆਪਣੇ ਉੱਪਰ ਸਵਾਰੀ ਕਰਵਾ ਲੈ। ਇਮ ਜਬ ਰਾਮ ਰਾਏ ਨੇ ਕਹਿਓ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਬਚਨ ਜਦੋਂ ਆਖਿਆ ਹੈ, ਜਲ ਤੇ ਅਸ ਨਿਕਸਿਓ ਸਭ ਲਹਿਓ। ਤੇ ਸਭਨਾਂ ਨੇ ਜਾਣਿਆ ਕਿ ਇਹ ਜੋ ਨਦੀ ਦੇ ਵਿੱਚੋਂ ਐਸਾ ਸੁੰਦਰ ਦਰਿਆਈ ਘੋੜਾ ਪ੍ਰਗਟ ਹੋ ਗਿਆ। ਬਿਸਦ ਬਰਨ ਸੁੰਦਰ ਬਲ ਭਰਿਓ। ਤੇ ਜਿਹੜਾ ਚਿੱਟੇ ਰੰਗ ਦਾ ਹੈ, ਬਹੁਤ ਸੋਹਣਾ ਹੈ ਤੇ ਬਹੁਤ ਆਹੀ ਬਲਵਾਨ ਹੈ। ਨਖ ਸਿਖ ਤੇ ਜਨ ਸੰਚੈ ਢਰਿਓ। ਜਾਣੋ ਕਿ ਸਿਰ ਤੋਂ ਲੈ ਕੇ ਉਹ ਪੈਰਾਂ ਦੇ ਨੋਹਾਂ ਤੱਕ ਸੋ ਬਹੁਤਾ ਹੀ ਸੰਚੇ ਵਿੱਚ ਜਿਹਨੇ ਢਾਲ ਕਰਕੇ ਬੜਾ ਹੀ ਸੋਹਣਾ ਬਣਾਇਆ ਹੋਵੇ। ਮਣ ਮੈਂ ਜੀਨ ਪ੍ਰਕਾਸ਼ ਕਰੰਤਾ। ਤੇ ਮਣੀਆਂ ਜਿਹੀ ਜਿਹੜੀ ਹੈ, ਮਣੀਆਂ ਰੂਪ ਹੀ ਜਾਣੋ ਕਿ ਪ੍ਰਕਾਸ਼ਮਈ ਉਸ ਦੇ ਉੱਪਰ ਸੁੰਦਰ ਕਾਠੀ ਪਈ ਹੋਈ ਹੈ। ਅਤ ਚੰਚਲ ਜਨ ਨਾਚ ਕਰੰਤਾ। ਤੇ ਬਹੁਤਾ ਹੀ ਚੰਚਲ ਸਰੀਰ ਵਾਲਾ ਹੈ ਉਹ ਦਰਿਆਈ ਘੋੜਾ ਹੈ, ਜਿਹੜਾ ਪ੍ਰਾਪਤ ਹੋਇਆ ਹੈ ਬਾਬਾ ਰਾਮ ਰਾਏ ਜੀ ਦੇ ਵਚਨ ਦੇ ਨਾਲ। ਜਾਣੋ ਕਿ ਨਾਚ ਹੀ ਕਰਦਾ ਹੈ। ਦੇਖਤ ਸ਼ਾਹੇ ਪ੍ਰਮੋਦ ਨ ਥੋਰਾ। ਤੇ ਔਰੰਗਜ਼ੇਬ ਬਾਦਸ਼ਾਹ ਨੂੰ ਐਸਾ ਘੋੜਾ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ ਹੈ। ਆਗੇ ਕਬ ਨ ਪਿਖਿਓ ਅਸ ਘੋਰਾ। ਤੇ ਇਸ ਤਰ੍ਹਾਂ ਸੋਚਣ ਲੱਗਾ ਹੈ, ਕਹਿਣ ਲੱਗਾ ਕਿ ਇਹੋ ਜਿਹਾ ਜੋ ਸੁੰਦਰ ਘੋੜਾ ਹੈ ਮੈਂ ਪਹਿਲਾਂ ਕਦੇ ਵੀ ਵੇਖਿਆ ਵੀ ਨਹੀਂ ਹੈ। ਗਹਿ ਕਰ ਬਾਗ ਚੜਿਓ ਤਤਕਾਲਾ। ਤੇ ਉਸ ਘੋੜੇ ਦੀ ਜੋ ਕਾਠੀ ਲਗਾਮਾਂ ਦੇ ਸਮੇਤ ਹੈ ਦਰਿਆਈ ਘੋੜਾ, ਬਾਬਾ ਰਾਮ ਰਾਏ ਜੀ ਨੇ ਬਚਨ ਦੁਆਰਾ ਹੀ ਪ੍ਰਗਟ ਕੀਤਾ ਹੈ। ਉਸ ਦੀਆਂ ਵਾਗਾਂ ਫੜ ਕਰਕੇ ਉਸ ਤੇ ਸਵਾਰ ਹੋਇਆ ਹੈ ਔਰੰਗਜ਼ੇਬ। ਸਤਿਗੁਰ ਆਨੰਦ ਸਰਾਹੇ ਵਿਸਾਲਾ। ਤੇ ਸੁੰਦਰ ਘੋੜੇ ਦੀ ਸਵਾਰੀ ਕਰਕੇ ਔਰੰਗਜ਼ੇਬ ਬਹੁਤਾ ਹੀ ਸਲਾਹੁੰਦਾ ਹੈ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ। ਜਲ ਮਹਿ ਤੇ ਨਿਕਸਾਏ ਤੁਰੰਗ। ਇਸ ਤਰ੍ਹਾਂ ਆਖਦਾ ਹੈ ਕਿ ਜਲ ਦੇ ਵਿੱਚੋਂ ਝਟ ਹੀ ਘੋੜਾ ਪ੍ਰਗਟ ਕਰਕੇ ਮੈਨੂੰ ਦੇ ਦਿੱਤਾ ਇਹਨਾਂ ਨੇ। ਮੁਝ ਕੋ ਦਿਓ ਏਕ ਬਚ ਸੰਗ। ਇਸ ਪ੍ਰਕਾਰ ਕਹਿੰਦਾ ਹੈ ਕਿ ਗੁਰੂ ਕੇ ਸਪੁੱਤਰ ਜੀ, ਤੁਸੀਂ ਆਪਣੇ ਇੱਕ ਬਚਨ ਦੁਆਰਾ ਹੀ ਮੈਨੂੰ ਘੋੜਾ ਪ੍ਰਗਟ ਕਰਕੇ ਬਖਸ਼ ਦਿੱਤਾ ਹੈ। ਆਏ ਸਭਾ ਮਹਿ ਸੁਤਤ ਬਖਾਨੀ। ਤੇ ਇਸ ਤਰ੍ਹਾਂ ਸਤੁਤ ਬਖਾਨੀ ਜੋ ਸਭਾ ਦੇ ਵਿੱਚ ਆਣ ਕਰਕੇ ਉਸਤਤ ਕਰਨ ਲੱਗਾ ਹੈ। ਜਦੋਂ ਬਾਦਸ਼ਾਹ ਆਪਣੀ ਸਭਾ ਦੇ ਵਿੱਚ ਪਹੁੰਚਿਆ, ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਜੀ ਦੀ ਮਹਿਮਾ ਕਹਿੰਦਾ, ਸੁਨ ਸੁਨ ਸਕਲ ਮਾਨ ਹੈਰਾਨੀ। ਤੇ ਸੁਣਨ ਵਾਲੇ ਜਿੰਨੇ ਵੀ ਹਨ, ਸਭਾ ਵਿੱਚ ਬੈਠਣ ਵਾਲੇ ਕਾਜੀ ਮੁਲਾਣੇ ਤੇ ਅਹਿਲਕਾਰ ਆਦਿਕ ਉਲਮਾਵ ਵਿਦਵਾਨ ਨੇ, ਜਿਹੜੇ ਥੋੜੀ ਕੀਤਿਆਂ ਭਰੋਸਾ ਕਰਨ ਵਾਲੇ ਨਹੀਂ, ਜਿਹੜੇ ਬਾਬਾ ਰਾਮ ਰਾਏ ਜੀ ਦੇ ਬਚਨਾਂ ਤੇ ਸਮਰੱਥਾ ਤੇ ਤਰਕਾਂ ਕਰਨ ਵਾਲੇ, ਬਹੁਤ ਹੈਰਾਨ ਹੋਏ। ਅਤ ਅਚਰਜ ਕੀ ਬਾਤ ਕਰੰਤਾ। ਤੇ ਕਹਿਣ ਲੱਗੇ ਹਨ ਕਿ ਇਹ ਤਾਂ ਬਹੁਤ ਹੀ ਅਚਰਜਤਾ ਵਾਲੀ ਗੱਲ ਕਰਕੇ ਪ੍ਰਗਟ ਕਰਕੇ ਗੁਰੂ ਕਾ ਸਪੁੱਤਰ ਦਿਖਾ ਦਿੰਦਾ ਹੈ। ਅਜ਼ਮਤ ਸਭ ਤੇ ਅਧਿਕ ਧਰੰਤਾ। ਫਿਰ ਉਹਨਾਂ ਨੂੰ ਵੀ ਜਿਹੜੇ ਨਹੀਂ ਸੀ ਮੰਨਦੇ, ਉਹਨਾਂ ਨੂੰ ਵੀ ਮੰਨਣਾ ਪਿਆ ਕਿ ਇਹ ਤਾਂ ਸਭ ਤੋਂ ਜ਼ਿਆਦਾ ਸ਼ਕਤੀ ਕਰਾਮਾਤ ਰੱਖਣ ਵਾਲਾ ਹੈ, ਗੁਰੂ ਕਾ ਸਾਹਿਬਜ਼ਾਦਾ ਹੈ। ਸੋ ਇਸ ਪ੍ਰਕਾਰ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਹੈਰਾਨੀ ਹੋਈ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਤ ਬਖਸ਼ਿਸ਼ ਕਰਨੀ, ਜਿਸ ਕਰਕੇ ਸ਼ਰਧਾ ਭਾਵਨਾ ਉਦਮ ਉਤਸ਼ਾਹ ਪ੍ਰੇਮ ਸਹਿਤ ਜੋ ਕਥਾ ਵਿਚਾਰ ਕਰਨ ਦੀ ਸਮਤ ਪ੍ਰਾਪਤ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰਨਾ, ਸੋ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ ਜੀ। ਅਤ ਅਚਰਜ ਕੀ ਬਾਤ ਕਰੰਤਾ। ਅਜ਼ਮਤ ਸਭ ਤੇ ਅਧਿਕ ਧਰੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।